किसान अकेडमी ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਅੱਜ ਅਸੀਂ MCQ ਸੀਰੀਜ਼ 21 ਨੂੰ ਸਟਾਰਟ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਜਿਹੜੀਆਂ ਨੇ ਤੁਹਾਡੀਆਂ 20 ਸੀਰੀਜ਼ ਹੋ ਚੁੱਕੀਆਂ ਨੇ ਐਨਟੀਟੀ ਦੀਆਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦੇ ਨਾਲ ਰਿਲੇਟਡ, ਕਿਉਂਕਿ ਸੁਪਰਵਾਈਜ਼ਰ ਦੇ ਵਿੱਚ ਵੀ ਕਾਫੀ ਜਿਹੜੇ ਟੌਪਿਕ ਨੇ ਇਹਦੇ ਵਿੱਚੋਂ ਸੇਮ ਸੀਗੇ, ਤਾਂ ਇਸ ਕਰਕੇ ਜਿਹੜੀਆਂ ਜਿਹਦਾ ਤੁਹਾਡਾ ਸੁਪਰਵਾਈਜ਼ਰ ਦਾ ਪੇਪਰ ਆਊਟ ਹੋਇਆ ਹੈ ਸੀਰੀਜ਼ ਉਹਨਾਂ ਦੇ ਲਈ ਵੀ ਕਾਮਨ ਸੀਰੀਜ਼ ਸੀ। ਨਾਲ ਹੀ ਆਪਣੇ ਜੋ ਪੇਡ ਕੋਰਸ ਜਿੰਨਾ ਬੱਚਿਆਂ ਨੇ ਲਿਆ ਹੋਇਆ ਸੀ ਉਹਨਾਂ ਦੇ ਲਈ ਮੌਕ ਟੈਸਟ ਵੀ ਤੁਹਾਡੇ ਪੇਪਰ ਆਪਣੇ ਬੈਚਸ ਦੇ ਵਿੱਚ ਚੱਲ ਰਹੇ ਸੀ, ਜਿਹਦੇ ਵਿੱਚ ਤੁਹਾਡੇ 14 ਮੌਕ ਟੈਸਟ ਹੋ ਚੁੱਕੇ ਨੇ। ਇੱਕ ਵਾਰ ਆਪਾਂ ਮੌਕ ਟੈਸਟ ਸਟਾਪ ਕਰਨ ਜਾ ਰਹੇ ਹਾਂ ਕਿਉਂਕਿ ਤੁਹਾਡੇ ਪੇਪਰ ਦੀ ਹਜੇ ਤੱਕ ਆਪਾਂ ਨੂੰ ਕੋਈ ਡੇਟ ਨਹੀਂ ਪ੍ਰੋਵਾਈਡ ਕੀਤੀ ਗਈ। ਤੁਸੀਂ ਆਪਦੀ ਉਸੇ ਤਰੀਕੇ ਨਾਲ ਰੈਗੂਲਰ ਜਿਹੜਾ ਹੈ ਸਟੱਡੀ ਕਰਨੀ ਆ, ਕੰਟੀਨਿਊ ਰੱਖਣਾ ਹੈਗਾ ਆਪਦਾ ਜੋ ਵੀ ਤੁਸੀਂ ਪੜ੍ਹ ਰਹੇ ਹੋ, ਜੋ ਥਿਊਰੀ ਤੁਹਾਡੇ ਕੋਲ ਹੈ, ਠੀਕ ਹੈ ਜੀ। ਤਾਂ ਉਹਨੂੰ ਆਪਦਾ ਰੈਗੂਲਰ ਕੰਟੀਨਿਊ ਰੱਖੋ, ਉਹਦੀ ਸਟੱਡੀ ਕਰਦੇ ਰਹੋ। ਜਦੋਂ ਸਾਨੂੰ ਨੋਟੀਫਿਕੇਸ਼ਨ ਮਿਲਦੀ ਆ ਕਿ ਤੁਹਾਡਾ ਪੇਪਰ ਆ ਰਿਹਾ ਹੈਗਾ, ਤਾਂ ਉਸ ਤੋਂ ਬਾਅਦ ਤੁਹਾਡੇ ਕੰਪਲੀਟ ਪੇਪਰ ਦੇ ਜਿਹੜੇ ਮੌਕ ਟੈਸਟ ਆ ਉਹ ਅਗੇਨ ਲਏ ਜਾਣਗੇ ਤੁਹਾਡੇ ਪੇਡ ਬੈਚ ਦੇ ਵਿੱਚ, ਜਿਹੜੇ ਬੱਚੇ ਜੁੜੇ ਹੋਏ ਸੀ, ਜਿਹੜੇ ਬੱਚੇ ਰੈਗੂਲਰ ਟੈਸਟ ਦੇ ਰਹੇ ਸੀ। ਕਿਉਂਕਿ ਵੈਸੇ ਤਾਂ ਮੈਂ ਨੋਟ ਕੀਤਾ ਕਿ ਬਹੁਤ ਘੱਟ ਬੱਚੇ ਰਹਿ ਗਏ, ਪਤਾ ਨਹੀਂ ਕੀ ਰੀਜ਼ਨ ਸੀਗਾ ਕਿ ਤੁਸੀਂ ਇੰਨੇ ਜ਼ਿਆਦਾ ਗਿਣਤੀ ਦੇ ਵਿੱਚ ਬੱਚੇ ਪੇਡ ਕੋਰਸ ਦੇ ਵਿੱਚ ਹੋ, ਬਟ ਟੈਸਟ ਦੇ ਵਿੱਚ ਅਪੀਅਰ ਹੀ ਬਹੁਤ ਘੱਟ ਬੱਚੇ ਹੋ ਰਹੇ ਆ ਨਾ। ਰੀਜ਼ਨ ਮੈਨੂੰ ਸਮਝ ਨਹੀਂ ਆ ਰਿਹਾ ਕਿਉਂ, ਤੁਹਾਡੇ 'ਚ ਪਤਾ ਨਹੀਂ ਮੋਟੀਵੇਸ਼ਨ ਦੀ ਕਮੀ ਹੋਗੀ ਜਾਂ ਪੇਪਰ ਕਰਕੇ, ਪਤਾ ਨਹੀਂ ਕੀ ਰੀਜ਼ਨ ਆ। ਬਟ ਰੈਗੂਲਰ ਜਿਹੜੇ ਬੱਚੇ ਦੇ ਰਹੇ ਸੀ ਬਹੁਤ ਅੱਛਾ ਜਿਹੜਾ ਰਿਜ਼ਲਟ ਉਹਨਾਂ ਨੇ ਦਿੱਤਾ। ਜੇ 20 ਮਾਰਕਸ ਦਾ ਤੁਹਾਡਾ ਟੈਸਟ ਹੁੰਦਾ ਸੀ ਤਾਂ ਤੁਹਾਡੇ 18 19 ਜਿਹੜੇ ਹੁੰਦੇ ਸੀਗੇ। ਅੱਜ ਦੇ ਲਾਸਟ ਟੈਸਟ ਦੇ ਵਿੱਚ ਵਿਸ਼ੂ ਮੈਮ ਦੇ 20 ਮਾਰਕਸ ਨਾ, ਤੇ ਇਸ ਤਰੀਕੇ ਨਾਲ ਜਿਹੜਾ ਹੈ ਕਾਫੀ ਬੱਚੇ ਰੈਗੂਲਰ ਜਿਹੜੇ ਹੈਗੇ ਆ ਟੈਸਟ ਦੇ ਵਿੱਚ ਆਪਣਾ ਰਿਜ਼ਲਟ ਦੇ ਰਹੇ ਸੀਗੇ, ਜਿਨ੍ਹਾਂ ਵਿੱਚ ਜੇ ਮੈਂ ਨਾਮ ਦੱਸਾਂ ਤਾਂ ਮੇਨ ਵਿਸ਼ੂ ਮੈਮ, ਪੂਜਾ ਮੈਮ, ਨਤਾਸ਼ਾ ਮੈਮ, ਕਿਰਨ ਮੈਮ, ਓਜਸਵੀ ਮੈਮ ਤੇ ਹੋਰ ਵੀ ਕਾਫੀ ਸਾਰੇ ਬੱਚੇ ਜਿਨ੍ਹਾਂ ਦਾ ਨਾਮ ਮੇਰੇ ਮਾਈਂਡ ਵਿੱਚ ਸਕਿਪ ਹੋ ਗਿਆ ਹਨਾ। ਤਾਂ ਰੈਗੂਲਰ ਟੈਸਟ ਦੇ ਰਹੇ ਸੀ, ਬਹੁਤ ਹਾਈ ਐਕਸਪੈਕਟੇਸ਼ਨ ਨੇ ਬੇਟਾ ਤੁਹਾਡੇ ਸਾਰਿਆਂ ਤੋਂ। ਕੰਟੀਨਿਊ ਰੱਖੋ ਆਪਣੀ ਪ੍ਰੈਕਟਿਸ ਨੂੰ, ਤੇ ਸੀਰੀਜ਼ ਆ ਜਿਹੜੀਆਂ ਜਦ ਤੁਹਾਡੀ ਜੋ ਮੌਕ ਟੈਸਟ ਨੇ ਉਹਨਾਂ ਨੂੰ ਆਪਾਂ ਫਿਰ ਕੰਟੀਨਿਊ ਕਰਾਂਗੇ ਜਦੋਂ ਹੀ ਸਾਨੂੰ ਥੋੜੀ ਬਹੁਤ ਵੀ ਨੋਟੀਫਿਕੇਸ਼ਨ ਆਪਾਂ ਨੂੰ ਕੋਈ ਆਈਡੀਆ ਮਿਲਦਾ ਹੈਗਾ ਐਗਜ਼ਾਮ ਦਾ, ਠੀਕ ਹੈ ਜੀ। ਤਾਂ ਜੋ ਅੱਜ ਦੀ ਸੀਰੀਜ਼ ਹੈਗੀ ਆ ਉਹਨੂੰ ਆਪਾਂ ਡਿਸਕਸ ਕਰਦੇ ਹਾਂ। ਆਪਣੇ ਕੋਲ ਫਰਸਟ ਕੁਐਸਚਨ ਹੈਗਾ, ਵਿਚ ਐਜੂਕੇਸ਼ਨਲ ਆਰਗੇਨਾਈਜੇਸ਼ਨ ਵਿਲ ਪ੍ਰਪੇਅਰ NEP 2020 ਪ੍ਰਪੋਜ਼ਡ ਪੈਡਾਗੋਜੀਕਲ ਫਰੇਮਵਰਕ ਫॉर अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ। ਤਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਤੁਸੀਂ ਸਾਰਿਆਂ ਨੇ ਪੜ੍ਹਿਆ ਇਸ ਪਾਲਿਸੀ ਦੇ ਬਾਰੇ ਚ। ਤਾਂ ਇਹਦੇ ਚ ਪੈਡਾਗੋਜੀ ਜਿਹੜਾ ਫਰੇਮਵਰਕ ਸੀਗਾ, ਮਤਲਬ ECC ਦੇ ਲਈ ਜਿਨ੍ਹਾਂ ਨੇ ਪੂਰਾ ਪੈਡਾਗੋਜੀਕਲ ਫਰੇਮਵਰਕ ਤਿਆਰ ਕਰਨਾ ਸੀ, ਉਹ ਜ਼ਿੰਮੇਵਾਰੀ ਕਿਹਨੂੰ ਸੌਂਪੀ ਗਈ ਆ? ਤਾਂ ਜ਼ਿੰਮੇਵਾਰੀ ਸੌਂਪੀ ਗਈ ਸੀਗੀ NCERT ਨੂੰ, ਜਿਹਦੀ ਸਥਾਪਨਾ 1961 ਦੇ ਵਿੱਚ ਹੋਈ ਸੀ। ਤੁਹਾਨੂੰ ਪਤਾ ਹੀ ਹੈ ਨਿਊ ਦਿੱਲੀ ਦੇ ਵਿੱਚ ਇਹਦਾ ਹੈਡਕੁਆਟਰ ਆ, ਠੀਕ ਹੈ ਜੀ। ਤਾਂ ਜਿਹੜਾ ਇਹ ਪੂਰਾ ਸਿਸਟਮ ਸੀਗਾ ਪੈਡਾਗੋਜੀ ਤਿਆਰ ਕਰਨ ਦਾ, ਕਰਿਕੂਲਮ ਤਿਆਰ ਕਰਨ ਦਾ, ਇਹ ਸਾਰਾ NCERT ਨੂੰ ਸੌਂਪਿਆ ਗਿਆ ਸੀ ਅਕੋਰਡਿੰਗ ਟੂ NEP 2020। ਦੈਨ ਆਪਣੇ ਕੋਲ ਸੈਕੰਡ ਕੁਐਸਚਨ, ਅਸੈਸਮੈਂਟ ਇਜ਼ ਪਰਪਸਫੁਲ। ਅਸੈਸਮੈਂਟ ਆ ਜਿਹੜੀ ਉਹ ਪਰਪਸਫੁਲ ਹੁੰਦੀ ਆ ਕਦੋਂ ਉਦੇਸ਼ਪੂਰਨ ਹੁੰਦੀ ਆ? ਜਦੋਂ ਇਟ ਇੰਡਿਊਸ ਫੀਅਰ ਐਂਡ ਸਟ੍ਰੈਸ ਅਮੰਗ ਦਾ ਚਿਲਡਰਨ। ਕਹਿੰਦੇ ਜਦੋਂ ਇਹ ਬੱਚਿਆਂ ਦੇ ਵਿੱਚ ਸਟ੍ਰੈਸ ਨੂੰ ਘੱਟ ਕਰਦੀ ਹੋਵੇ, ਬੋਝ ਨੂੰ ਘੱਟ ਕਰਦੀ ਹੋਵੇ। ਇਟ ਸਰਵਸ ਐਜ਼ ਅ ਫੀਡਬੈਕ ਫॉर ਦਾ ਸਟੂਡੈਂਟ ਐਜ਼ ਵੈਲ ਐਜ਼ ਦਾ ਚਿਲਡਰਨ। ਮੈਂ ਜਦੋਂ ਤੁਹਾਨੂੰ ਅਸੈਸਮੈਂਟ ਕਰਵਾਇਆ ਸੀ, ਆਪਾਂ CCE ਕੀਤੀ ਆ, ਕੰਟੀਨਿਊਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਕੀਤੀ ਕਲਾਸ ਦੇ ਵਿੱਚ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਦੋ ਜਿਹੜੇ ਹੈਗੇ ਆ ਮੇਨ ਕੰਮ ਆ। ਇੱਕ ਤਾਂ ਬੱਚੇ ਨੂੰ ਫੀਡਬੈਕ ਦੇਣਾ ਕਿ ਬੱਚਾ ਕੀ ਸਿੱਖ ਰਿਹਾ, ਉਹ ਚ ਕੀ ਇੰਪਰੂਵਮੈਂਟ ਕਰਨੀ ਆ, ਤੇ ਦੂਜਾ ਟੀਚਰ ਨੂੰ ਇਹ ਫੀਡਬੈਕ ਦੇਣਾ ਕਿ ਜੋ ਟੀਚਰ ਪੜ੍ਹਾ ਰਿਹਾ ਹੈ ਉਹ ਕਿੰਨਾ ਕੁ ਇਫੈਕਟਿਵ ਆ। ਤਾਂ ਉਦੇਸ਼ਪੂਰਨ ਹੀ ਅਸੈਸਮੈਂਟ ਤਾਂ ਜੇਕਰ ਉਹ ਇਸ ਦੋ ਜੋ ਏਮ ਨੇ ਅਸੈਸਮੈਂਟ ਦੇ ਉਹਨਾਂ ਨੂੰ ਉਹ ਪੂਰਾ ਕਰ ਰਹੀ ਆ, ਠੀਕ ਹੈ। ਇਟ ਡਨ ਓਨਲੀ ਵਨਸ ਐਟ ਦਾ ਐਂਡ ਆਫ ਈਅਰ। ਇਹ ਸਿਰਫ ਇੱਕ ਟਾਈਪ ਦੀ ਗੱਲ ਕੀਤੀ ਗਈ ਆ। ਆਪਾਂ ਸਮੇਟਿਵ ਤੇ ਫੋਰਮੇਟਿਵ ਅਸੈਸਮੈਂਟ ਦੀ ਗੱਲ ਕਰਦੇ ਆ, ਤਾਂ ਜਿਹੜੀ ਸਮੇਟਿਵ ਅਸੈਸਮੈਂਟ ਆ ਉਹ ਬਿਲਕੁਲ ਅੰਤ ਦੇ ਵਿੱਚ ਆ, ਜਿਹੜੀ ਕਿ ਬੱਚੇ ਨੂੰ ਇੱਕ ਟੈਗ ਦੇਣ ਦੇ ਲਈ, ਆਪਾਂ ਇੱਕ ਫਾਈਨਲ ਰਿਜ਼ਲਟ ਸ਼ੋ ਕਰਨ ਦੇ ਲਈ ਦਿੱਤੀ ਜਾਂਦੀ ਹੈ। ਤੇ ਫੋਰਮੇਟਿਵ ਅਸੈਸਮੈਂਟ ਆ ਜਿਹੜੀ ਉਹ ਕਦੋਂ ਦਿੱਤੀ ਜਾਂਦੀ ਹੈ? ਇੱਕ ਬੱਚੇ ਦੀ ਰੈਗੂਲਰ ਡੇਲੀ ਬੇਸਿਸ ਦੇ ਉੱਪਰ ਬੱਚੇ ਚ ਸੁਧਾਰ ਕਰਨ ਦੇ ਲਈ ਜਿਹੜੀ ਹੈਗੀ ਆ ਫੋਰਮੇਟਿਵ ਅਸੈਸਮੈਂਟ ਦਿੱਤੀ ਜਾਂਦੀ ਹੈ। ਥਰਡ ਕੁਐਸਚਨ ਆਪਣੇ ਕੋਲ, ਅਕੋਰਡਿੰਗ ਟੂ NCF 2005 ਦਾ ਰੋਲ ਆਫ ਅ ਟੀਚਰ ਹੈਜ਼ ਟੂ ਬੀ। ਤਾਂ 2005 NCF ਕੀ ਹੈਗਾ? ਨੈਸ਼ਨਲ ਕਰਿਕੂਲਮ ਫਰੇਮਵਰਕ, ਠੀਕ ਹੈ। ਨੈਸ਼ਨਲ ਕਰਿਕੂਲਮ ਫਰੇਮਵਰਕ ਦੇ ਵਿੱਚ ਕੀ ਆਖਿਆ ਗਿਆ ਕਿ ਟੀਚਰ ਦਾ ਕੀ ਰੋਲ ਆ? ਤਾਂ ਇਹਦੇ ਸਿੰਪਲ ਇੱਕ ਕੋਟੇਸ਼ਨ ਹੀ ਆ, ਇੱਕ ਲਾਈਨ ਮੈਂਸ਼ਨ ਆ, ਅਕੋਰਡਿੰਗ ਟੂ NCF 2005 ਦਾ ਰੋਲ ਆਫ ਟੀਚਰ ਇਜ਼ ਐਜ਼ ਫੈਸਿਲੀਟੇਟਰ, ਠੀਕ ਹੈ। ਤਾਂ ਫੈਸਿਲੀਟੇਟਰ ਦੇ ਤੌਰ ਤੇ, ਮਤਲਬ ਕਿ ਇੱਕ ਬੱਚੇ ਦੇ ਲਈ ਅਗਵਾਈਕਾਰ ਦੇ ਤੌਰ ਤੇ ਕੰਮ ਕਰਦਾ ਹੈਗਾ ਇੱਕ ਟੀਚਰ। ਤਾਂ ਆਨਸਰ ਆਪਣੇ ਕੋਲ ਕੀ ਹੈ ਇੱਥੇ? ਡੀ। ਦੈਨ ਹੈਗਾ ਆਪਣੇ ਕੋਲ ਨੈਕਸਟ ਕੁਐਸਚਨ, ਇਨਕਲੂਜਨ ਆਫ ਚਿਲਡਰਨ ਵਿਦ ਸਪੈਸ਼ਲ ਨੀਡ। ਜਿਹੜੇ ਖਾਸ ਲੋੜਾਂ ਵਾਲੇ ਬੱਚੇ ਨੇ ਉਹਨਾਂ ਦਾ ਇਨਕਲੂਜਨ ਕੀ ਆ, ਹਨਾ।
इट इज अ अनरियलिस्टिक गोल, कहते गैर यथार्थी गोल आ, मतलब कि एक तरीके नाल पॉसीबल वाला गोल नहीं हैगा। सी खास लोड़ां वाले बच्चों नूं प्रॉपर एक क्लास ਦੇ ਵਿੱਚ ਇਕੱਠਾ ਕਰਨਾ ਪੋਸੀਬਲ ਨਹੀਂ। ਇਟ ਡੈਟਰੀਮੈਂਟਲ ਟੂ ਚਿਲਡਰਨ ਵਿਦਆਊਟ ਡਿਸੇਬਿਲਿਟੀਜ਼, ਜੇ ਅਸੀਂ ਇਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਖਾਸ ਲੋੜਾਂ ਵਾਲੇ ਨੇ ਉਹਨਾਂ ਬੱਚਿਆਂ ਨੂੰ ਨਾਰਮਲ ਬੱਚਿਆਂ ਦੇ ਨਾਲ ਐਡ ਕਰਾਂਗੇ ਤਾਂ ਕਹਿੰਦੇ ਖਤਰਨਾਕ ਹੋ ਸਕਦਾ ਸਧਾਰਨ ਬੱਚਿਆਂ ਲਈ, ਜਿਹੜੇ ਬੱਚੇ ਨਾਰਮਲ ਨੇ ਉਹਨਾਂ ਬੱਚਿਆਂ ਦੇ ਲਈ। ਵਿਲ ਇਨਕਰੀਜ਼ ਦਾ ਬਰਡਨ ਔਨ ਸਕੂਲ, ਕਹਿੰਦੇ ਸਕੂਲ ਦੇ ਉੱਪਰ ਬਰਡਨ ਵੱਧ ਜਾਊਗਾ। ਜਾਂ ਰਿਕੁਆਇਰਸ ਆ ਚੇਂਜ ਇਨ ਐਟੀਟਿਊਡ ਕੰਟੈਂਟ ਐਂਡ ਅਪਰੋਚ ਟੂ ਟੀਚਿੰਗ। ਤਾਂ ਇਨਕਲੂਜਨ ਜੇ ਅਸੀਂ ਕਰਨਾ ਹੈਗਾ ਚਿਲਡਰਨ ਵਿਦ ਸਪੈਸ਼ਲ ਨੀਡ ਦਾ, ਤਾਂ ਆਪਾਂ ਨੂੰ ਕੀ ਕਰਨਾ ਪਊਗਾ, ਸਾਨੂੰ ਜੋ ਨੀਡਸ ਨੇ ਬੱਚਿਆਂ ਦੀਆਂ ਉਹਨਾਂ ਦੇ ਅਕੋਰਡਿੰਗ ਸਾਡਾ ਰਵੱਈਆ ਬਦਲਣਾ ਪਊਗਾ, ਸਮਗਰੀ ਬਦਲਣੀ ਪਊਗੀ, ਤੇ ਨਾਲ ਹੀ ਜਿਹੜੀ ਟੀਚਿੰਗ ਅਪਰੋਚ ਹੈਗੀ ਆ ਉਹਦੇ ਵਿੱਚ ਵੀ ਚੇਂਜਸ ਕਰਨੀਆਂ ਪੈਣਗੀਆਂ, ਕਿਉਂਕਿ ਸਾਡੀ ਐਜੂਕੇਸ਼ਨ ਕੀ ਹੈਗੀ ਹੈ ਚਾਈਲਡ ਸੈਂਟਰ ਤੇ। ਜਦੋਂ ਇਨਕਲੂਸਿਵ ਐਜੂਕੇਸ਼ਨ ਹੋਊਗੀ, ਇਨਕਲੂਸਿਵ ਐਜੂਕੇਸ਼ਨ ਕੀ ਹੁੰਦੀ ਹੈ, ਜਿਹਦੇ ਚ ਸਭ ਤਰ੍ਹਾਂ ਦੇ ਬੱਚੇ, ਬੇਸ਼ੱਕ ਉਹ ਚਿਲਡਰਨ ਵਿਦ ਸਪੈਸ਼ਲ ਨੀਡ ਆ, ਬੇਸ਼ੱਕ ਉਹ ਸਧਾਰਨ ਬੱਚੇ ਆ, ਬੇਸ਼ੱਕ ਉਹ ਬਹੁਤ ਜ਼ਿਆਦਾ ਸੁਪੀਰੀਅਰ ਆ, ਬੇਸ਼ੱਕ ਉਹ ਬਹੁਤ ਜ਼ਿਆਦਾ ਲੋ ਆ, ਅਸੀਂ ਉਹਨਾਂ ਸਾਰਿਆਂ ਨੂੰ ਇੱਕੋ ਕਲਾਸਰੂਮ ਦੇ ਵਿੱਚ ਇੱਕੋ ਸਕੂਲ ਦੇ ਵਿੱਚ ਟੀਚ ਕਰਦੇ ਆ, ਤਾਂ ਉਹਨੂੰ ਆਖਦੇ ਹੈਗੇ ਆ ਇਨਕਲੂਸਿਵ। ਠੀਕ ਹੈ। ਫਿਫਥ ਕੁਐਸਚਨ ਆਪਣੇ ਕੋਲ ਆ ਚਾਈਲਡ ਵਿਦ ਹੀਅਰਿੰਗ ਇੰਪੇਅਰਮੈਂਟ, ਜਿਹੜੇ ਬੱਚਿਆਂ ਨੂੰ ਹੀਅਰਿੰਗ ਇੰਪੇਅਰਮੈਂਟ ਆ, ਠੀਕ ਹੈ, ਜਿਨ੍ਹਾਂ ਨੂੰ ਸੁਣਨ ਦੇ ਵਿੱਚ ਅਸਮਰੱਥਾ ਹੈਗੀ ਆ, ਉਹਨਾਂ ਨਾਲ ਰਿਲੇਟਡ ਆਪਣੇ ਕੋਲ ਇੱਥੇ ਕੀ ਆਊਗਾ, ਸ਼ੁੱਡ ਬੀ ਸੈਂਟ ਓਨਲੀ ਟੂ ਸਕੂਲ ਫॉर ਦਾ ਹੀਅਰਿੰਗ ਇੰਪੇਅਰਮੈਂਟ ਐਂਡ ਨਾਟ ਟੂ ਰੈਗੂਲਰ ਸਕੂਲ। ਕਹਿੰਦੇ ਜਿਨ੍ਹਾਂ ਨੂੰ ਸੁਣਨ ਚ ਅਸਮਰੱਥਾ, ਬੱਚੇ ਸੁਣ ਨਹੀਂ ਸਕਦੇ, ਉਹਨਾਂ ਨੂੰ ਸਧਾਰਨ ਸਕੂਲਾਂ ਚ ਨਹੀਂ ਭੇਜਿਆ ਜਾ ਸਕਦਾ, ਉਹਨਾਂ ਨੂੰ ਤੁਸੀਂ ਖਾਸ ਸਕੂਲਾਂ ਦੇ ਵਿੱਚ ਭੇਜੋਗੇ, ਹਨਾ। ਇਹ ਅਸੀਂ ਇਨਕਲੂਸਿਵ ਐਜੂਕੇਸ਼ਨ ਦੀ ਗੱਲ ਕਰਦੇ ਆ ਤੇ ਬਿਲਕੁਲ ਹੀ ਗਲਤ ਸਟੇਟਮੈਂਟ ਆ। will not benefit from academic education only and should be given vocational training instead। ਕਹਿੰਦੇ ਇਹਨਾਂ ਨੂੰ ਅਕਾਦਮਿਕ ਸਿੱਖਿਆ ਦੇਣ ਦਾ ਕੋਈ ਫਾਇਦਾ ਨਹੀਂ, ਇਹਨਾਂ ਨੂੰ ਸਿਰਫ ਵੋਕੇਸ਼ਨਲ ਸਿੱਖਿਆ ਦਿੱਤੀ ਜਾਵੇ। ਇਹ ਵੀ ਗਲਤ ਆ। ਹਰ ਇੱਕ ਉਮਰ ਆ ਸਾਡੇ ਕੋਲ, ਖਾਸ ਤੌਰ ਤੇ ਜੇ ਐਨਟੀਟੀ ਜਾਂ ਸੁਪਰਵਾਈਜ਼ਰ ਦੇ ਵਿੱਚ ਗੱਲ ਕਰਦੇ ਆ ਤਾਂ 0 ਤੋਂ 6 ਸਾਲ ਦਾ ਬੱਚਾ ਆਉਂਦਾ ਅੰਡਰ ECCE, ਹਨਾ। ਤਾਂ ਜਦੋਂ ECC ਦੀ ਗੱਲ ਕਰਦੇ ਆ ਤਾਂ ਛੋਟੇ ਜਿਹੇ ਬੱਚੇ ਨੂੰ ਤੁਸੀਂ ਕੀ ਵੋਕੇਸ਼ਨਲ ਟ੍ਰੇਨਿੰਗ ਦਓਗੇ, ਹਜੇ ਤਾਂ ਉਹਦਾ ਅਕੈਡੈਮਿਕ ਲਰਨਿੰਗ ਦਾ ਬੇਸ ਵੀ ਤਿਆਰ ਨਹੀਂ ਹੋਇਆ। ਤੁਸੀਂ 0 ਤੋਂ 6 ਦੇ ਵਿੱਚ ਹਜੇ ਉਹਦਾ ਐਕੈਡੈਮਿਕ ਬੇਸ ਹੀ ਤਿਆਰ ਕਰਨਾ, ਹਨਾ। ਹਜੇ ਉਹਨੇ ਐਕੈਡੈਮਿਕਲੀ ਅਕਾਦਮਿਕ ਤੌਰ ਤੇ ਪੜ੍ਹਨਾ ਵੀ ਅੱਗੇ ਅਗਲੀਆਂ ਕਲਾਸਿਸ ਦੇ ਵਿੱਚ ਆ, ਤਾਂ ਫਿਰ ਤੁਸੀਂ ਉਹਨੂੰ ਸ਼ੁਰੂਆਤੀ ਵੋਕੇਸ਼ਨਲ ਐਜੂਕੇਸ਼ਨ ਦਓਗੇ, ਕੋਈ ਲੌਜਿਕ ਨਹੀਂ ਆ। ਠੀਕ ਹੈ। ਸੀ ਹੈਗਾ ਕੈਨ ਡੂ very well in regular school if suitable facilitation and resources are provided। ਠੀਕ ਹੈ। ਤਾਂ ਕਹਿੰਦੇ ਅਸੀਂ ਜਿਹੜਾ ਹੈਗਾ ਇਹਨਾਂ ਬੱਚਿਆਂ ਨੂੰ ਰੈਗੂਲਰ ਸਕੂਲ ਦੇ ਵਿੱਚ ਭੇਜ ਸਕਦੇ ਆ, ਬਿਲਕੁਲ, ਹਨਾ। ਜਿਹੜੀ ਹੀਅਰਿੰਗ ਇੰਪੇਅਰਮੈਂਟ ਆ ਕੋਈ ਬਹੁਤ ਵੱਡੀ ਸਮੱਸਿਆ ਤਾਂ ਹੈ ਨਹੀਂ, ਹਨਾ। ਤਾਂ ਅਸੀਂ ਕੀ ਇਹਨਾਂ ਨੂੰ ਰੈਗੂਲਰ ਜਿਹੜੀ ਹੈਗੀ ਆ ਸਕੂਲ ਦੇ ਵਿੱਚ ਭੇਜ ਸਕਦੇ ਆ, ਸਧਾਰਨ ਬੱਚਿਆਂ ਦੇ ਨਾਲ ਪੜ੍ਹ ਸਕਦੇ ਆ, ਪਰ ਕਦੋਂ, ਇਫ ਸੂਟੇਬਲ ਫੈਸਿਲਿਟੇਸ਼ਨ ਐਂਡ ਰਿਸੋਰਸਿਸ ਆਰ ਪ੍ਰੋਵਾਈਡਡ, ਜੇ ਇਹਨਾਂ ਨੂੰ ਇਹਨਾਂ ਦੀ ਲੋੜ ਦੇ ਅਕੋਰਡਿੰਗ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ, ਸੰਸਾਧਨ ਪ੍ਰਦਾਨ ਕੀਤੇ ਜਾਣ, ਤਾਂ ਅਸੀਂ ਇਹ ਜਿਹੜੇ ਬੱਚੇ ਹੈਗੇ ਆ ਸਧਾਰਨ ਸਕੂਲਾਂ ਦੇ ਵਿੱਚ ਪੜ੍ਹ ਸਕਦੇ ਆ। ਇਹ ਬਿਲਕੁਲ ਸਹੀ ਸਟੇਟਮੈਂਟ ਆ। ਜਿਹੜੇ ਹੀਅਰਿੰਗ ਇੰਪੇਅਰਮੈਂਟ ਵਾਲੇ ਬੱਚੇ ਆ, ਜਿਹੜੇ ਬੱਚਿਆਂ ਨੂੰ ਸੁਣਦਾ ਨਹੀਂ ਹੈਗਾ, ਠੀਕ ਹੈ, ਤਾਂ ਅਸੀਂ ਉਹਨਾਂ ਬੱਚਿਆਂ ਦੇ ਲਈ ਕੀ ਹੈਗਾ ਹੀਅਰਿੰਗ ਏਡਸ ਨੇ ਜਿਹੜੀਆਂ ਉਹ ਯੂਜ਼ ਕਰ ਸਕਦੇ ਆ। ਕਲੀਅਰ। ਦੈਨ ਹੈ ਆਪਣੇ ਕੋਲ ਵਿਚ ਆਫ ਫੋਲੋਇੰਗ ਇਜ਼ ਆ, ਜੇ ਅੱਛਾ ਇੱਕ ਹੋਰ ਤਰੀਕਾ ਹੁੰਦਾ ਨਾ ਇਹਨਾਂ ਨੂੰ ਟੀਚ ਕਰਨ ਦੇ ਲਈ, ਅਸੀਂ ਸਾਈਨ ਲੈਂਗੁਏਜ ਵੀ ਹੇਅਰ ਵਾਲਿਆਂ ਦੇ ਲਈ ਯੂਜ਼ ਕਰ ਸਕਦੇ ਹੋ। ਭਾਸ਼ਾ ਨਹੀਂ ਸੁਣ ਸਕਦੇ ਬਟ ਸਾਈਨ ਸਮਝ ਸਕਦੇ ਆ, ਠੀਕ ਹੈ। ਤਾਂ ਸਾਈਨ ਲੈਂਗੁਏਜ ਵੀ ਇਹਨਾਂ ਬੱਚਿਆਂ ਦੇ ਲਈ ਯੂਜ਼ ਕੀਤੀ ਜਾ ਸਕਦੀ ਹੈ ਹੀਅਰਿੰਗ ਇੰਪੇਅਰਮੈਂਟ ਵਾਲਿਆਂ ਦੇ ਲਈ, ਮਤਲਬ ਜਿਨ੍ਹਾਂ ਨੂੰ ਸੁਣਨ ਦੇ ਵਿੱਚ ਅਸਮਰੱਥਾ। ਸਿਕਸ ਕੁਐਸਚਨ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟਰਿਸਟਿਕ ਆਫ ਗਿਫਟਡ ਲਰਨਰ, ਜਿਹੜੇ ਮੇਧਾਵੀ ਬੱਚੇ ਨੇ, ਗਿਫਟਡ ਬੱਚੇ ਨੇ। ਗਿਫਟਡ ਬੱਚਿਆਂ ਦੇ ਵਿੱਚ ਮੈਂ ਤੁਹਾਨੂੰ 3 ਕੈਟਾਗਰੀ ਕਰਵਾਈਆਂ ਸੀ, ਕਿਹੜੀਆਂ ਕਿਹੜੀਆਂ, ਜਿਹੜੇ ਕ੍ਰੀਏਟਿਵ ਬੱਚੇ ਹੁੰਦੇ ਨੇ, ਟੈਲੈਂਟਡ ਬੱਚੇ ਹੁੰਦੇ ਨੇ, ਜਾਂ ਇੰਟੈਲੈਕਚੁਅਲੀ ਬ੍ਰਾਈਟ ਬੱਚੇ ਹੁੰਦੇ ਨੇ, ਉਹਨਾਂ ਸਾਰਿਆਂ ਨੂੰ ਅਸੀਂ ਗਿਫਟਡ ਲਰਨਰ ਕੈਟਾਗਰੀ ਦੇ ਵਿੱਚ ਰੱਖਦੇ ਹਾਂ ਨਾ। ਤਾਂ ਕਹਿੰਦੇ ਕੀ ਨਿਸ਼ਾਨੀ ਹੈ ਇਹਨਾਂ ਦੀ, he or she get aggressive and frustrated, ਕਹਿੰਦੇ ਇਹ ਬਹੁਤ ਜ਼ਿਆਦਾ ਗੁੱਸੇ ਵਾਲੇ ਹੁੰਦੇ ਆ, ਫਰਸਟ੍ਰੇਟਡ ਹੁੰਦੇ ਆ। he can feel under stimulated and bored if the class activity are not challenging them। ਇਹਨੂੰ ਅਸੀਂ ਬਾਅਦ ਵਿੱਚ ਡਿਸਕਸ ਕਰਦੇ ਹਾਂ। it is highly temperamental, ਜ਼ਿਆਦਾ ਗੁੱਸਾ ਜਾਂ ਬਹੁਤ ਜਲਦੀ ਸੁਭਾਅ ਜਿਹੜਾ ਇਹਨਾਂ ਦਾ ਚੇਂਜ ਹੁੰਦਾ। it engaged in ritualistic ਬਿਹੇਵੀਅਰ ਲਾਈਕ ਹੈਂਡ ਫਲੈਪਿੰਗ ਐਂਡ ਰੌਕਿੰਗ, ਜਿਵੇਂ ਹੱਥ ਝਪਕਣਾ ਜਾਂ ਮਤਲਬ ਜ਼ਿਆਦਾ ਮੂਵਮੈਂਟ ਵਗੈਰਾ ਕਰਨ ਦੇ ਵਿੱਚ ਬਿਲੀਵ ਕਰਦੇ ਆ। ਬਟ ਸਾਡੇ ਕੋਲ ਜਿਹੜੀ ਇੱਕ ਪਰਫੈਕਟ ਸਟੇਟਮੈਂਟ ਆ ਉਹ ਕਿਹੜੀ ਆ, ਕਿ ਗਿਫਟਡ ਬੱਚੇ ਉਹ ਬੱਚੇ ਹੁੰਦੇ ਆ ਜੇਕਰ ਅਸੀਂ ਉਹਨਾਂ ਦੇ ਲੈਵਲ ਤੱਕ ਦੀ ਐਕਟੀਵਿਟੀ ਪ੍ਰਦਾਨ ਨਹੀਂ ਕਰਦੇ, ਹਨਾ। ਇੱਕ ਬੱਚਾ ਆਪਾਂ ਇਹ ਕਹਤਾ ਉਹਦਾ IQ ਹੈਗਾ 140, ਮਤਲਬ ਉਹਦਾ ਬਹੁਤ ਹਾਈ IQ ਆ, ਬਹੁਤ ਸੁਪੀਰੀਅਰ ਵਾਲਾ IQ ਆ। ਤਾਂ ਉਸ ਕੰਡੀਸ਼ਨ ਦੇ ਵਿੱਚ ਜੇ ਅਸੀਂ ਪੜ੍ਹਾ ਰਹੇ ਹੈਗੇ ਆ ਬਹੁਤ ਲੋ ਲੈਵਲ ਦਾ, ਤਾਂ ਬੱਚੇ ਕੀ ਆ ਉਹਨਾਂ ਨੂੰ ਆਲਰੇਡੀ ਉਹ ਚੀਜ਼ਾਂ ਪਤਾ ਨੇ, ਹਨਾ। ਤਾਂ ਉਹ ਜਿਹੜੇ ਹੈ ਪ੍ਰੋਪਰ ਉਸ ਚੀਜ਼ ਨੂੰ
ਬੋਰ ਹੋ ਜਾਣਗੇ ਤੁਹਾਡੇ ਉਸ ਸਿਸਟਮ ਤੋਂ, ਠੀਕ ਹੈ। ਤਾਂ ਇਹਦਾ ਮਤਲਬ ਕਿ ਉਹ ਐਕਟੀਵਿਟੀਜ਼ ਜਿਹੜੀਆਂ ਉਹਨਾਂ ਦੇ ਪੱਧਰ ਦੀਆਂ ਨਹੀਂ ਹੋਣਗੀਆਂ, ਉਹਨਾਂ ਨੂੰ ਪ੍ਰੋਪਰ ਚੈਲੰਜ ਨਹੀਂ ਕਰ ਪਾ ਸਕਣਗੀਆਂ, ਤਾਂ ਉਹਨਾਂ ਦੇ ਵਿੱਚ ਉਹ ਬੱਚੇ ਅੰਡਰ ਸਟਿਮੂਲੇਟ ਜਾਂ ਬੋਰ ਮਹਿਸੂਸ ਕਰਦੇ ਆ। ਗਿਫਟਡ ਬੱਚਿਆਂ ਦੀ ਇਹ ਕੀ ਹੁੰਦੀ ਆ, ਨਿਸ਼ਾਨੀ ਹੁੰਦੀ ਹੈ, ਠੀਕ ਹੈ ਜੀ। ਦੈਨ ਹੈਗਾ ਆਪਣੇ ਕੋਲ 7th ਕੁਐਸਚਨ, ਵਿਚ ਆਫ ਫੋਲੋਇੰਗ ਸਟੇਟਮੈਂਟ ਅਬਾਊਟ ਚਿਲਡਰਨ ਆਰ ਕਰੈਕਟ। ਤਾਂ ਕਹਿੰਦੇ ਇਹਦੇ ਵਿੱਚੋਂ ਕਿਹੜੀ ਹੈਗੀ ਆ ਜਿਹੜੀ ਬੱਚਿਆਂ ਦੇ ਬਾਰੇ ਸਹੀ ਸਟੇਟਮੈਂਟ ਆ ਆਪਣੇ ਕੋਲ। ਚਿਲਡਰਨ ਆਰ ਪੈਸਿਵ ਰਿਸੈਪਟੈਂਟ ਆਫ ਨੌਲੇਜ। ਕਦੇ ਵੀ ਬੱਚਾ, ਆਪਾਂ ਜਿੰਨਾ ਪੜਿਆ ਹੁਣ ਤੱਕ ਐਨਟੀਟੀ ਦੇ ਵਿੱਚ, ਜਾਂ ਜੋ ਬੱਚੇ ਹੁਣ ਸੁਪਰਵਾਈਜ਼ਰ ਦੇ ਵਿੱਚ ਪੜ ਰਹੇ ਹੈਗੇ ਆ ਮੇਰੇ ਕੋਲ, ਤਾਂ ਪੈਸਿਵ ਰਿਸੈਪਟੈਂਟ ਦੀ ਗੱਲ ਕੀਤੀ ਆਪਾਂ ਨੂੰ। ਆਪਾਂ ਹਮੇਸ਼ਾ ਕੀ ਆਖਦੇ ਆ ਕਿ ਇੱਕ ਬੱਚਾ ਐਕਟਿਵ ਆ, ਐਕਟਿਵ ਲਰਨਰ ਆ। ਅਸੀਂ ਐਜ਼ ਅ ਟੀਚਰ ਬੱਚੇ ਨੂੰ ਸੈਂਟਰ ਦੇ ਵਿੱਚ ਰੱਖ ਕੇ ਇਸੇ ਕਰਕੇ ਪੜਾਉਂਦੇ ਆ, ਕਿਉਂਕਿ ਸਾਨੂੰ ਇਹ ਪਤਾ ਕਿ ਸਾਡੇ ਜੋ ਸਿਸਟਮ ਚੱਲ ਰਿਹਾ ਹੈਗਾ ਉਹ ਪ੍ਰੋਗਰੈਸਿਵ ਐਜੂਕੇਸ਼ਨ ਦਾ ਸਿਸਟਮ ਆ, ਮਤਲਬ ਕਿ ਉਹਦੇ ਵਿੱਚ ਬੱਚਾ ਸੈਂਟਰ ਦੇ ਵਿੱਚ ਆ, ਬੱਚਾ ਐਕਟਿਵ ਆ। ਤਾਂ ਅਸੀਂ ਜਿਹੜਾ ਪੈਸਿਵ ਰਿਸਿਪੀਐਂਟ ਨਹੀਂ ਕਹਿ ਸਕਦੇ, ਠੀਕ ਹੈ। ਚਿਲਡਰਨ ਆਰ ਪ੍ਰੋਬਲਮ ਸੋਲਵਰ, ਬਿਲਕੁਲ ਸਹੀ। ਬੱਚਾ ਐਕਟਿਵ ਆ, ਆਪਦੀਆਂ ਪ੍ਰੋਬਲਮ ਖੁਦ ਸੋਲਵ ਕਰ ਸਕਦਾ। ਚਿਲਡਰਨ ਆਰ ਸਾਇੰਟਿਫਿਕ ਇਨਵੈਸਟੀਗੇਟਰ, ਵੀ ਬਿਲਕੁਲ ਸਹੀ ਆ, ਆਪਦੇ ਵਿਗਿਆਨਕ ਤਰੀਕੇ ਨਾਲ ਸੋਚ ਸਕਦਾ, ਤੇ ਨਾਲ ਹੀ ਐਕਟਿਵ ਐਕਸਪਲੋਰਰ ਆ, ਐਕਟਿਵ ਤਰੀਕੇ ਦੇ ਨਾਲ, ਕਿਰਿਆਸ਼ੀਲ ਤਰੀਕੇ ਦੇ ਨਾਲ ਖੁਦ ਵਾਤਾਵਰਣ ਦੀ ਜਿਹੜੀ ਹੈਗੀ ਉਹ ਜਾਂਚ ਕਰ ਸਕਦਾ। ਤਾਂ ਸਾਡੇ ਕੋਲ ਸਹੀ ਆਨਸਰ ਕੀ ਬਣਿਆ ਇੱਥੇ, ਬੀ, ਸੀ ਤੇ ਡੀ, ਠੀਕ ਹੈ। ਇਹਨਾਂ ਤਿੰਨੋਂ ਸਟੇਟਮੈਂਟਾਂ ਤੋਂ ਸਾਨੂੰ ਕੀ ਪਤਾ ਲੱਗਦਾ ਕਿ ਸਾਡੇ ਜਿਹੜੇ ਬੱਚੇ ਹੈਗੇ ਉਹ ਐਕਟਿਵ ਆ, ਆਪਦੀ ਐਕਟੀਵਿਟੀ ਖੁਦ ਕਰ ਸਕਦੇ ਆ। ਟੀਚਰ ਦਾ ਰੋਲ ਇੱਥੇ ਸਿਰਫ ਕੀ ਹੈਗਾ, ਤੁਹਾਡਾ ਰੋਲ ਇੱਥੇ ਸਿਰਫ ਕੀ ਆ, ਬੱਚੇ ਨੂੰ ਪ੍ਰੋਪਰ ਉਹਦੀ ਨੀਡ ਦੇ ਅਕੋਰਡਿੰਗ ਐਕਟੀਵਿਟੀਜ਼ ਪ੍ਰਦਾਨ ਕਰਨਾ, ਠੀਕ ਹੈ ਜੀ। ਦੈਨ ਹੈਗਾ ਆਪਣੇ ਕੋਲ ਆਲ ਆ ਚਾਈਲਡ ਸੀ ਆ ਕ੍ਰੋ ਫਲਾਈਂਗ ਪਾਸ ਦਾ ਵਿੰਡੋ। ਤਾਂ ਇੱਕ ਬੱਚਾ ਹਨਾ ਵਿੰਡੋ ਤੋਂ ਬਾਹਰ ਦੇਖਦਾ, ਕੀ ਦੇਖਦਾ ਕਿ ਇੱਕ ਕਾਂ ਉੱਡ ਰਿਹਾ, ਤੇ ਉਸ ਕਾਂ ਨੂੰ ਉੱਡਦਾ ਦੇਖ ਕੇ ਉਹ ਕਹਿੰਦਾ, ਕੀ ਆਖਦਾ, ਆ ਬਰਡ, ਕਿ ਇੱਕ ਪੰਛੀ, ਹਨਾ। ਵਟ ਡਸ ਦਾ ਸੁਜੈਸਟ ਅਬਾਊਟ ਹਿਸ ਚਾਈਲਡ ਥਿੰਕਿੰਗ। ਤਾਂ ਬੱਚੇ ਦੀ ਥਿੰਕਿੰਗ ਬਾਰੇ ਆਪਾਂ ਇੱਥੇ ਕੀ ਦੇਖ ਸਕਦੇ ਹਾਂ, ਹਨਾ। ਤੇ ਇੱਥੇ ਆਪਾਂ ਕੀ ਦੇਖਦੇ ਹਾਂ ਕਿ ਚਾਈਲਡ ਹੈਜ਼ ਪ੍ਰੀਵੀਅਸਲੀ ਸਟੋਰਡ ਮੈਮਰੀ, ਬਿਲਕੁਲ ਸਹੀ ਆ, ਹਨਾ। ਇਹਦਾ ਮਤਲਬ ਉਹਨੂੰ ਪਤਾ ਸੀਗਾ। ਪ੍ਰੀਵੀਅਸ ਸਟੋਰਡ ਮੈਮਰੀ ਕੀ ਹੈ, ਇੱਕ ਤਰੀਕੇ ਨਾਲ ਪਿਆਜੇ ਨੇ ਜਿਵੇਂ ਸਕੀਮਾ ਦੀ ਗੱਲ ਕੀਤੀ ਸੀਗੀ ਕਿ ਉਹਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਉਹ ਸਟਰਕਚਰ ਹੈ, ਉਹਨੂੰ ਪਤਾ ਕਿ ਕਾਂ ਜਿਹੜਾ ਹੁੰਦਾ ਇੱਕ ਪੰਛੀ ਆ, ਠੀਕ ਹੈ। ਤੇ ਇਹਦਾ ਮਤਲਬ ਕਿ ਉਹਦੀ ਪ੍ਰੀਵੀਅਸਲੀ ਸਟੋਰਡ ਮੈਮਰੀ ਆ। ਦੈਨ ਆਪਾਂ ਗੱਲ ਕਰਦੇ ਹਾਂ, ਦਾ ਚਾਈਲਡ ਹੈਜ਼ ਡਿਵੈਲਪਡ ਦਾ ਕਨਸੈਪਟ ਆਫ ਬਰਡ, ਵੀ ਬਿਲਕੁਲ ਸਹੀ ਆ ਨਾ, ਕਿ ਇੱਕ ਬੱਚੇ ਨੂੰ ਤਾਂ ਹੀ ਉਹਨੇ ਇੱਕ ਕ੍ਰੋ ਨੂੰ ਦੇਖ ਕੇ ਬਰਡ ਕਿਹਾ ਨਾ, ਕਿਉਂਕਿ ਉਹਨੂੰ ਇਹ ਪਤਾ ਕਿ ਜਿਹੜੇ ਬਰਡ ਨੇ ਉਹ ਕਿਹੜੇ ਕਿਹੜੇ ਹੁੰਦੇ ਨੇ, ਹਨਾ। ਸਪੈਰੋ ਆ, ਕ੍ਰੋ ਆ, ਇਹ ਸਾਰੇ ਬਰਡ ਨੇ, ਤੇ ਇਹਦਾ ਮਤਲਬ ਉਹਨੂੰ ਬਰਡ ਦਾ ਕਨਸੈਪਟ ਪਤਾ ਕਿ ਜਿਹੜੇ ਇਹ ਵਾਲੇ ਨੇ ਇਹ ਬਰਡ ਕੈਟਾਗਰੀ ਦੇ ਵਿੱਚ ਆਉਂਦੇ ਆ। ਦਾ ਚਾਈਲਡ ਹੈਜ਼ ਡਿਵੈਲਪਡ ਵਨ ਟੂਲ ਆਫ ਸਮ ਟੂਲ ਆਫ ਲੈਂਗੁਏਜ ਟੂ ਕਮਿਊਨੀਕੇਟ ਹਿਸ ਐਕਸਪੀਰੀਅੰਸ, ਇਹ ਵੀ ਬਿਲਕੁਲ ਸਹੀ। ਅਗਲੇ ਨੇ ਬੋਲਿਆ, ਅਗਲੇ ਨੇ ਕਲਾਸ ਦੇ ਵਿੱਚ ਕਿਹਾ ਕਿ ਆ ਬਰਡ, ਕਿ ਇੱਕ ਪੰਛੀ, ਹਨਾ। ਤੇ ਇਹਦਾ ਮਤਲਬ ਕੀ ਆ ਕਿ ਉਹ ਕਾਫੀ ਹੱਦ ਤੱਕ ਕਮਿਊਨੀਕੇਸ਼ਨ ਦੇ ਕੁਝ ਜਿਹੜੇ ਟੂਲਸ ਨੇ ਉਹ ਵੀ ਸਿੱਖ ਚੁੱਕਿਆ। ਤਾਂ ਆਪਣੇ ਕੋਲ ਆਨਸਰ ਇੱਥੇ ਕੀ ਬਣੂਗਾ, ਏ, ਬੀ ਤੇ ਸੀ ਤਿੰਨੋਂ, ਠੀਕ ਹੈ। ਤਾਂ ਏ, ਬੀ, ਸੀ, ਡੀ ਮਤਲਬ ਕਿ ਅਸੀਂ ਇੱਕ ਬੱਚੇ ਦੇ ਚਿੰਤਨ ਦੇ ਵਿਸ਼ੇ ਚ ਉਹਦੇ ਚ ਸਾਰੀਆਂ ਚੀਜ਼ਾਂ ਵਿਕਸਿਤ ਹੋ ਚੁੱਕੀਆਂ। ਤਾਂ ਆਪਣੇ ਕੋਲ ਆਨਸਰ ਇੱਥੇ ਕੀ ਹੈ, ਏ, ਬੀ ਤੇ ਸੀ, ਮਤਲਬ ਸੀ ਆ ਜਿਹੜਾ ਆਪਣੇ ਕੋਲ ਇੱਥੇ ਦਾ ਆਨਸਰ ਹੋਊਗਾ, ਆਪਸ਼ਨ ਸੀ। 9 ਕੁਐਸਚਨ ਆਪਣੇ ਕੋਲ, ਵਟ ਸ਼ੁੱਡ ਆਸਕ teacher tell her student to encourage them to do task with intrinsic motivation। ਦੇਖੋ ਮੋਟੀਵੇਸ਼ਨ ਦੋ ਤਰੀਕੇ ਦੀਆਂ ਹੁੰਦੀਆਂ, ਹਨਾ। ਪਹਿਲਾਂ ਤਾਂ ਇੱਥੇ ਇਹਦਾ ਮਤਲਬ ਕੀ ਆ ਕਿ what should a teacher tell her student, ਇੱਕ ਅਧਿਆਪਕ ਆਪਣੇ ਬੱਚੇ, ਜਿਹੜੇ ਬੱਚਿਆਂ ਨੂੰ ਪੜ੍ਹਾ ਰਿਹਾ ਹੈਗਾ, ਉਹਨਾਂ ਦੇ ਵਿੱਚ ਅੰਦਰੂਨੀ ਪ੍ਰੇਰਨਾ ਪੈਦਾ ਕਰਨ ਦੇ ਲਈ ਕੀ ਕਰੂਗਾ, ਕੀ ਟਾਸਕ ਕਰੂਗਾ, ਹਨਾ। ਤਾਂ ਕੀ ਬੋਲੂਗਾ ਜਾਂ ਕੀ ਹੋਊਗਾ, ਠੀਕ ਹੈ। ਦੋ ਤਰ੍ਹਾਂ ਦੀ ਮੋਟੀਵੇਸ਼ਨ ਹੁੰਦੀ ਆ ਬੇਟਾ, ਇੱਕ ਹੁੰਦੀ ਆ ਇੰਟਰੈਂਸਿਕ, ਇੱਕ ਹੁੰਦੀ ਆ ਐਕਸਟ੍ਰੈਂਸਿਕ, ਠੀਕ ਹੈ। ਐਕਸ ਲੱਗਾ ਹੋਊਗਾ, एक्सट्रेंसिक मोटिवेशन। एक्सट्रेंसिक मतलब आ बाहरी प्रेरणा, इंट्रेंसिक मतलब आ अंदरूनी प्रेरणा। अंदरूनी प्रेरणा हुंदी आ जेड़ी चीज तुहानू अंदरों मोटिवेट करे, है ना। कोई मेरी एवें दी लाइन कि जेड़ी तुहानू अंदरों महसूस होवे कि मैं ये चीज करनी आ, किसी नू तुहानू फोर्स ना करना पवे, जेड़ी तुहाडे लई होवे। एक्सट्रेंसिक हुंदी आ जिवें मैं तुहानू कोई बाहरों ये कहां कि अच्छा जे तुसीं अज दा टेस्ट अच्छा दोगे तो तुहानू मेरे वल्लों ये चीज प्रोवाइड कीती जाऊगी, रिवॉर्ड ਪ੍ਰੋਵਾਈਡ ਕੀਤਾ ਜਾਊਗਾ, ਹਨਾ। ਤਾਂ ਐਕਸਟ੍ਰੈਂਸਿਕ ਤੇ ਇੰਟ੍ਰਿੰਸਿਕ ਕੀ ਹੈ, ਇੰਟ੍ਰਿੰਸਿਕ ਜਿਹੜੀ ਤੁਹਾਡੇ ਅੰਦਰੋਂ ਆਪਣੇ ਆਪ ਪੈਦਾ ਹੁੰਦੀ ਆ, ਤੁਸੀਂ ਆਪਣੇ ਲਈ ਕੋਈ ਕੰਮ ਕਰਦੇ ਹੋ, ਠੀਕ ਹੈ। ਐਕਸਟ੍ਰੈਂਸਿਕ ਕੀ ਹੁੰਦੀ ਹੈ, ਜਦੋਂ ਤੁਹਾਨੂੰ ਕੋਈ ਬਾਹਰੋਂ ਪ੍ਰੇਰਿਤ ਕਰ ਰਿਹਾ ਕਿ ਇਹ ਕੰਮ ਕਰੋ, ਠੀਕ ਹੈ। ਤਾਂ ਆਪਣੇ ਕੋਲ ਟੀਚਰ ਦਾ ਕੀ ਰੋਲ ਆ, ਟੀਚਰ ਕਿਵੇਂ ਇੱਕ ਬੱਚੇ ਦੇ ਵਿੱਚ ਇੰਟ੍ਰਿੰਸਿਕ ਮੋਟੀਵੇਸ਼ਨ ਪੈਦਾ ਕਰ ਸਕਦਾ। ਪਹਿਲਾਂ ਜੇ ਉਹ ਸਟੇਟਮੈਂਟ ਦਿੰਦਾ ਹੈਗਾ ਕਮ ਔਨ ਫਿਨਿਸ਼ ਇਟ ਬਿਫੋਰ ਸ਼ੀ ਡਜ਼, ਦੂਜੇ ਨਾਲ ਕੰਪੇਅਰ ਕਰ ਰਿਹਾ ਐਕਸਟ੍ਰਿੰਸਿਕ ਮੋਟੀਵੇਸ਼ਨ ਆ, ਤੁਸੀਂ ਇਹ ਆਖਿਆ ਕਿ ਤੂੰ ਆਓ ਬੇਟਾ ਉਸ ਤੋਂ ਪਹਿਲਾਂ ਕੰਮ ਖਤਮ ਕਰੋ, ਉਹ ਕੰਮ ਕਰ ਰਿਹਾ ਉਸ ਤੋਂ ਪਹਿਲਾਂ ਤੁਸੀਂ ਕੰਮ ਖਤਮ ਕਰੋ, ਹਨਾ, ਠੀਕ ਹੈ।
मतलब कि तुसी उस तो पहला किसी और ना कंपैरिजन करके अगले बंदे नु मोटिवेट करन दी कोशिश कर रहे हैं, बारी मोटिवेशन आ। ठीक है, वाई कांट यू बी लाइक हिम, आपां कहने हाई तू उहदे वर्गा क्यों नहीं आ, सी ही हैज डन इट परफेक्टली, ਉਹ ਕਿੰਨਾ परफेक्ट ਆ ਹੁੰਦਾ ना। ਆਪਾਂ कोई बच्चा थोड़ा ਜਿਹਾ स्लो ਹੋਵੇ, ਆਪਾਂ ਹੁਸ਼ਿਆਰ ਬੱਚੇ ਵੱਲ ਆਖਦੇ ਆ ਕਿ ਤੈਨੂੰ ਸਮਝ ਕਿਉਂ ਨਹੀਂ ਲੱਗਦੀ, ਉਹ ਦੇਖ ਕਿੰਨਾ ਸੋਹਣਾ ਕਰ ਰਿਹਾ। ਇਹ ਵੀ एक्सट्रेंसिक मोटिवेशन हो सकती है किसी बच्चे लिए, बट इंटरेंसिक नहीं है। ठीक है, कंप्लीट द टास्क फास्ट एंड गेट अ टॉफी, कोई बाहरों ਆਪਾਂ ਨੂੰ मोटिवेट कर रहा कि तू छिन्नी छेती काम करेगा तेनू टॉफी मिलूगी, टॉफी साडे कोल बाहरी मोटिवेशन आ। ठीक है, बट जे ਆਪਾਂ ਨੂੰ कोई टीचर ਇਹ ਆਖਦਾ ट्राई टू डू इट यू विल लर्न, ठीक है बेटा ਤੁਸੀਂ ਇਹਨੂੰ ਕਰਨ ਦੀ ਕੋਸ਼ਿਸ਼ ਕਰੋ, ਤੁਸੀਂ ਕਰੋਗੇ ਉਹ ਚੀਜ਼ ਤੁਸੀਂ ਕਰ ਸਕਦੇ ਆ। ਠੀਕ ਹੈ, ਇਹਦਾ ਮਤਲਬ ਕਿ ਉਹ ਚੀਜ਼ ਤੁਹਾਨੂੰ ਤੁਹਾਡੇ ਅੰਦਰੋਂ ਮੋਟੀਵੇਟ ਕਰ ਰਹੀ ਹੈ, ਤੁਸੀਂ ਕਿਸੇ ਹੋਰ ਬੰਦੇ ਨਾਲ ਬਾਹਰੋਂ ਕੰਪੈਰੀਜ਼ਨ ਨਹੀਂ ਹੋ ਰਹੇ, ਕਿਸੇ ਚੀਜ਼ ਨਾਲ ਕੰਪੇਅਰ ਨਹੀਂ ਹੋ ਰਹੇ, ਤਾਂ ਜਿਹੜੀ ਤੁਹਾਡੇ ਅੰਦਰ ਆਪਣੇ ਆਪ ਪੈਦਾ ਹੋਵੇ, ਤੁਹਾਡੀ ਐਬਿਲਿਟੀ ਦੇ ਅਕੋਰਡਿੰਗ ਪੈਦਾ ਹੋਵੇ। ਠੀਕ ਹੈ, ਟੀਚਰ ਕੀ ਆ ਸਿਰਫ ਇੱਕ ਸਟੇਟਮੈਂਟ ਦਵੇ, ਇਸ ਤਰੀਕੇ ਦੀ ਸਟੇਟਮੈਂਟ ਦਵੇ ਕਿ ਉਹ ਤੁਹਾਡੇ ਅੰਦਰ एक जिहड़ा हैगा अच्छी मोटिवेशन पैदा कर सकती होवे, इस तरीके की स्टेटमेंट जो तुहाडे अंदरों पैदा हुंदी होवे उहनूं आपां की आखांगे इंटरेंसिक मोटिवेशन। तां ट्राई टू डू इट यू विल लर्न, तां तुसीं सिखोगे, इस करके कोशिश करो तो तुहाडे लई की होगी अंदरूनी मोटिवेशन। ठीक है जी, देन है अपने कोल विच ऑफ फॉलोइंग एन एग्जांपल ऑफ इफेक्टिव स्कूल प्रैक्टिस, तां एक प्रभावशाली जो हुंदी है अपने कोल लर्निंग स्कूल दे विच है ना, जो तुसीं सिखदे हो अभ्यास करदे हो, ਉਹਦੀ ਕਿਹੜੀ ਐਗਜ਼ਾਮਪਲ ਆ। ਕਾਂਸਟੈਂਟ ਕੰਪੇਅਰ ਕੰਪੈਰੀਟਿਵ ਇਵੈਲੂਏਸ਼ਨ, ਕਿ ਤੁਸੀਂ ਲਗਾਤਾਰ ਕਿਸੇ ਨਾਲ ਤੁਲਨਾਤਮਕ ਬੱਚੇ ਦਾ ਮੁਲਾਂਕਣ ਕਰ ਰਹੇ ਆ, ਨਹੀਂ। ਕਾਰਪੋਰਲ ਪਨਿਸ਼ਮੈਂਟ, ਸਰੀਰਕ ਤੌਰ ਤੇ ਦੰਡਿਤ ਕੀਤਾ ਜਾ ਰਿਹਾ, ਇਹ ਵੀ ਨਹੀਂ। ਕੰਪੀਟੀਟਿਵ ਕਲਾਸਰੂਮ, ਨੋ, ਲਗਾਤਾਰ ਤੁਸੀਂ ਕਿਸੇ ਬੱਚੇ ਨੂੰ ਪ੍ਰਤੀਯੋਗਤਾ ਚ ਧੱਕੀ ਜਾਓਗੇ, ਉਹ ਵੀ ਬੱਚੇ ਲਈ ਸਹੀ ਨਹੀਂ ਹੈਗਾ। ਕਿਹੜੀ ਚੀਜ਼ ਇਫੈਕਟਿਵ ਕਲਾਸਰੂਮ ਦੇ ਵਿੱਚ ਸਹੀ ਹੁੰਦੀ ਆ, ਚਾਈਲਡ ਸੈਂਟਰ ਐਜੂਕੇਸ਼ਨ ਆ। ਚਾਈਲਡ ਸੈਂਟਰ ਐਜੂਕੇਸ਼ਨ ਇਸ ਗੱਲ ਦੇ ਉੱਪਰ ਜ਼ੋਰ ਦਿੰਦੀ ਆ ਕਿ ਇੰਡੀਵਿਜੂਅਲਾਈਜ਼ਡ ਲਰਨਿੰਗ ਹੋਵੇ। ਠੀਕ ਹੈ, ਬੱਚੇ ਨੂੰ ਧਿਆਨ ਦੇ ਵਿੱਚ ਰੱਖ ਕੇ ਹਰ ਇੱਕ ਬੱਚੇ ਦੀ ਨੀਡ ਦੇ ਅਕੋਰਡਿੰਗ ਲਰਨਿੰਗ ਹੋਵੇ, ਤਾਂ ਉਹ ਵੀ ਸਾਡੇ ਲਈ ਇਫੈਕਟਿਵ ਕਲਾਸਰੂਮ ਹੋਊਗਾ। ਉਹਨੂੰ ਅਸੀਂ ਕੀ ਆਖਦੇ ਹੈਗੇ ਆ, ਇੰਡੀਵਿਜੂਅਲਾਈਜ਼ਡ ਲਰਨਿੰਗ। ਠੀਕ ਹੈ, then है 11 cephalocaudal principle of development explain how development proceed from। ठीक है, दो तरह की जो भी ਅਸੀਂ development खास तौर ਤੇ फिजिकल तौर ਤੇ development ਦੀ ਗੱਲ ਕਰਦੇ ਆ ਤਾਂ ਦੋ ਪ੍ਰੋਸੈਸ ਹੁੰਦੇ ਨੇ, cephalocaudal ਤੇ ਦੂਜਾ ਹੁੰਦਾ proximodistal। ठीक है, proximodistal ਕੀ ਹੁੰਦਾ, ਜਦੋਂ ਬੱਚਾ ਰੀੜ ਦੀ ਹੱਡੀ ਤੋਂ ਬਾਹਰ ਵੱਲ ਮੂਵ ਕਰਦਾ, ठीक है, विकास करदा। सिफेलोकॉडल हुंदा सी मतलब सिर तो लैके पैरां वाल विकास करदा, पहला बच्चा कल्ला पिया सिर नूं मूव करन लगदा, फिर बैठना शुरू कर दिंदा, फिर गोडियां वाल रेड़ना शुरू करदा ते बिल्कुल एंड ते जिहड़ा पैरां दे उपर तुरना भजना शुरू करदा। ते इहदा मतलब की आ, सिफेलोकॉडल प्रिंसिपल की आखदा, हैड टू टो। ठीक है जी, 12 क्वेश्चन अपने कोल, which of following is a sensitive period pertaining to language development। एक बच्चे दे विच भाषा दा विकास करन दे लई सब तो ज्यादा सेंसिटिव पीरियड, बच्चा जिहड़ा है भाषा नूं समझना ते भाषा नूं प्रोड्यूस करना जिहड़ा हैगा 1 साल दे आस-पास, उस तो पहला भी प्रोड्यूस करना ते समझना शुरू कर दिंदा। बट एक भाषा नूं प्रॉपर तरीके नाल जिथे वो हर पक्ष तो भाषा सिखदा, ਉਹਦਾ ਕਾਲ ਹੁੰਦਾ 2 ਤੋਂ ਲੈ ਕੇ 7 ਸਾਲ ਦਾ ਪੀਰੀਅਡ ਹੈ ਨਾ। ਫਿਰ 2 ਤੋਂ ਲੈ ਕੇ ਜੇ ਅਸੀਂ ਜ਼ਿਆਦਾ ਟਾਈਮ ਪੀਰੀਅਡ ਮੰਨ ਕੇ ਚੱਲਦੇ ਤਾਂ ਸਾਡੇ ਕੋਲ ਜੋ 2 ਤੋਂ ਲੈ ਕੇ 6 ਸਾਲ ਦਾ ਪੀਰੀਅਡ ਹੁੰਦਾ, ਉਹ ਕਿਹਦੇ ਚ ਆਉਂਦਾ ਹੈਗਾ, अर्ਲੀ ਚਾਈਲਡਹੁੱਡ ਪੀਰੀਅਡ ਦੇ ਵਿੱਚ। ਤੇ अर्ਲੀ ਚਾਈਲਡਹੁੱਡ ਚ ਪੀਰੀਅਡ ਹੈਗਾ ਜਿਹੜਾ ਉਸੇ ਨੂੰ ਹੀ ਭਾਸ਼ਾ ਦੇ ਵਿਕਾਸ ਤੋਂ ਸਭ ਤੋਂ ਜ਼ਿਆਦਾ ਸੈਂਸਿਟਿਵ ਪੀਰੀਅਡ ਮੰਨਿਆ ਜਾਂਦਾ, ਕਿਉਂਕਿ ਇਸੇ ਸਟੇਜ ਦੇ ਵਿੱਚ ਬੱਚਾ ਸਭ ਤੋਂ ਜ਼ਿਆਦਾ ਭਾਸ਼ਾ ਨੂੰ ਸਿੱਖਦਾ। ਠੀਕ ਹੈ, ਦੈਨ ਹੈਗਾ ਆਪਣੇ ਕੋਲ 13 ਕੁਐਸਚਨ, ਇਹ ਵੀ ਚਾਈਲਡ ਡਿਵੈਲਪਮੈਂਟ ਦੇ ਵਿੱਚੋਂ ਹੀ ਆ। A 6-year-old girl show exceptional sporting ability। एक 6 ਸਾਲ ਦੀ ਲੜਕੀ ਆ ਨਾ, ਤੇ ਉਹਦੇ ਵਿੱਚ ਨਾ ਖੇਡਣ ਦੀ ਬੜੀ ਅੱਛੀ ਯੋਗਤਾ। both of her parents are sports person, ਉਹਦੇ ਮੰਮੀ ਵੀ ਇੱਕ ਸਪੋਰਟਸ ਪਰਸਨ ਆ, ਉਹਦੇ ਡੈਡੀ ਵੀ ਇੱਕ ਸਪੋਰਟਸ ਪਰਸਨ ਆ। send her for coaching every day, ਇਸ ਤੋਂ ਬਿਨਾਂ ਉਹ ਲੜਕੀ ਦੇ ਵਿੱਚ ਉਹਦੇ ਪੇਰੈਂਟਸ ਨੂੰ ਪਤਾ ਕਿ ਉਹਦੇ ਚ ਐਬਿਲਿਟੀ ਆ, ਤੇ ਉਹਨੂੰ ਡੇਲੀ ਜਿਹੜਾ ਹੈਗਾ ਕੋਚਿੰਗ ਦੇ ਲਈ ਵੀ ਭੇਜਦੇ ਆ, ਤੇ ਟ੍ਰੇਨ ਹਰ ਫॉर ਵੀਕਐਂਡ, ਤੇ ਹਰ ਵੀਕਐਂਡ ਦੇ ਉੱਪਰ ਆ ਜਿਹੜਾ ਉਹਨੂੰ ਖਾਸ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਹਨਾ। ਤਾਂ ਜਿਹੜੀ ਉਹਦੇ ਵਿੱਚ ਇਹ ਸਪੋਰਟਸਮੈਨ ਦੀ ਐਬਿਲਿਟੀ ਆ, ਉਸ ਲੜਕੀ ਦੇ ਵਿੱਚ ਜੋ ਖੇਡਣ ਦੀ ਇੰਨੀ ਅੱਛੀ ਐਬਿਲਿਟੀ ਆ, ਉਹਦੇ ਉਹ ਕਿਹਦੇ ਕਰਕੇ ਆ ਹਨਾ। ਤਾਂ ਦੇਖੋ ਇੱਕ ਬੱਚੇ ਦੇ ਮੰਮੀ ਡੈਡੀ ਜਿਹੜੇ ਹੈਗੇ ਉਹ ਅੱਛੇ ਸਪੋਰਟਸਮੈਨ ਆ, ਮਤਲਬ ਕੀ ਆ ਹੈਰੀਡਿਟੀ, ਉਹਦੇ ਚ ਆਪਦੇ ਮਾਪਿਓ ਤੇ ਗੁਣ ਆਇਆ। ਬਟ ਉਸ ਬੱਚੇ ਨੂੰ ਡੇਲੀ ਜਿਹੜਾ ਹੈਗਾ ਅੱਗੋਂ ਵੀ ਪ੍ਰੈਕਟਿਸ ਕਰਵਾਈ ਜਾ ਰਹੀ ਹੈ, এনवायरमेंट ਦੇ ਵਿੱਚ ਡੇਲੀ ਕੋਚਿੰਗ ਦਿੱਤੀ ਜਾ ਰਹੀ ਆ, ਤਾਂ ਉਹਦਾ ਕੀ ਹੈਗਾ এনवायरमेंट ਫੈਕਟਰ। ਤਾਂ ਇਹਦਾ ਮਤਲਬ ਕਿ ਕਿੰਨਾ ਦੋਨਾਂ ਦੇ ਵਿੱਚ ਇੰਟਰੈਕਸ਼ਨ ਕਰਕੇ ਆ, ਇੰਟਰੈਕਸ਼ਨ ਬਿਟਵੀਨ ਹੈਰੀਡਿਟੀ ਐਂਡ এনवायरमेंट। ਇਹ ਕੁਐਸਚਨ ਮੈਂ ਤੁਹਾਨੂੰ ਕਾਫੀ ਵਾਰ ਕਲੀਅਰ ਕਰਾ ਚੁੱਕੀ ਆ ਕਿ ਜਿੱਥੇ ਤੁਹਾਡੇ ਕੋਲ ਕਿਸੇ ਵੀ ਬੱਚੇ ਦੀ ਕਿਸੇ ਐਬਿਲਿਟੀ ਦੀ ਗੱਲ ਹੋ ਰਹੀ ਆ,
ਵਿਕਾਸ ਦੀ ਗੱਲ ਹੋ ਰਹੀ ਆ ਤਾਂ ਸਾਡੇ ਕੋਲ ਉੱਥੇ ਪਰਫੈਕਟ ਆਨਸਰ ਹਮੇਸ਼ਾ ਹੀ ਇੰਟਰੈਕਸ਼ਨ ਬਿਟਵੀਨ ਹੈਰੀਡਿਟੀ ਐਂਡ এনवायरमेंट ਬਣੂਗਾ, ਕਿਉਂਕਿ ਇੱਕ ਬੱਚਾ ਜਦੋਂ ਡਿਵੈਲਪ ਕਰਦਾ ਨਾ ਤਾਂ ਸਿਰਫ ਹੈਰੀਡਿਟੀ ਕਰ ਰਿਹਾ, ਨਾ ਹੀ ਉਹ ਸਿਰਫ ਜਿਹੜਾ ਹੈ এনवायरमेंट ਤੌਰ ਤੇ ਕਰ ਰਿਹਾ। ਠੀਕ ਹੈ ਜੀ। ਅੱਗੇ ਆਪਣੇ ਕੋਲ ਹੈ 14 ਕੁਐਸਚਨ, ਵਿਚ ਆਫ ਫੋਲੋਇੰਗ ਆਰ ਸੈਕੰਡਰੀ ਏਜੰਟ ਆਫ ਸੋਸ਼ਲਾਈਜੇਸ਼ਨ। ਸੋਸ਼ਲ ਡਿਵੈਲਪਮੈਂਟ ਦੇ ਵਿੱਚੋਂ ਕੁਐਸਚਨ ਕਿ ਸੋਸ਼ਲਾਈਜੇਸ਼ਨ ਦਾ ਸੈਕੰਡਰੀ ਏਜੰਟ ਕੌਣ ਆ। ਸੋਸ਼ਲਾਈਜੇਸ਼ਨ ਦੇ ਦੋ ਏਜੰਟ ਹੁੰਦੇ ਆ, ਇੱਕ ਹੁੰਦਾ ਪ੍ਰਾਇਮਰੀ। ਪ੍ਰਾਇਮਰੀ ਦੇ ਵਿੱਚ ਕੌਣ ਹੁੰਦਾ ਜਿਹਦੇ ਨਾਲ ਆਪਾਂ ਤਤਕਾਲੀ ਲਿੰਕ ਦੇ ਵਿੱਚ ਆਉਂਦੇ ਆ। ਸਾਡਾ ਸਭ ਤੋਂ ਪਹਿਲਾਂ ਇੰਟਰੈਕਸ਼ਨ ਕਿਹਦੇ ਨਾਲ ਹੁੰਦਾ, ਸਾਡੇ ਮਾਂ-ਬਾਪ, ਜਿਹਦੇ ਚ ਅਸੀਂ ਕਹਿ ਸਕਦੇ ਆ ਫੈਮਿਲੀ। ਸਾਡਾ ਜਿਹੜਾ ਪਰਿਵਾਰ ਆ ਉਹੀ ਉਹਦੇ ਚ ਕੀ ਆਊਗਾ, ਸਾਡਾ ਪਰਿਵਾਰ ਹੀ ਪ੍ਰਾਇਮਰੀ ਸੋਸ਼ਲਾਈਜੇਸ਼ਨ ਆ। ਸੈਕੰਡਰੀ ਸੋਸ਼ਲਾਈਜੇਸ਼ਨ ਦੇ ਵਿੱਚ ਆਉਣਗੇ ਸਾਡਾ ਆਂਢ ਗੁਆਂਢ, ਸਾਡਾ ਸਕੂਲ, ਸਾਡਾ ਜੋ ਵੀ ਆਸਾ ਪਾਸਾ ਹੈ ਸੋਸਾਇਟੀ, ਉਹ ਸਾਰੇ ਕੀ ਨੇ ਸੈਕੰਡਰੀ। ਤਾਂ ਆਪਣੇ ਕੋਲ ਇੱਥੇ ਪੁੱਛਿਆ ਕਿ ਸੈਕੰਡਰੀ ਏਜੰਟ ਕਿਹੜੇ ਨੇ, ਫੈਮਿਲੀ ਐਂਡ ਨੇਬਰਹੁੱਡ। ਇਹ ਚ ਫੈਮਿਲੀ ਆਪਣੇ ਕੋਲ ਪ੍ਰਾਇਮਰੀ ਆ, ਨੇਬਰਹੁੱਡ ਸੈਕੰਡਰੀ ਆ। ਸਕੂਲ ਐਂਡ ਨੇਬਰਹੁੱਡ, ਸਕੂਲ ਵੀ ਸੈਕੰਡਰੀ ਆ, ਨੇਬਰਹੁੱਡ ਵੀ ਸੈਕੰਡਰੀ ਆ। ਇਹਦਾ ਮਤਲਬ ਕੀ ਆ, ਦੋਨੋਂ। ਸਕੂਲ ਐਂਡ ਇਮੀਡੀਏਟ ਫੈਮਿਲੀ ਮੈਂਬਰ ਪ੍ਰਾਇਮਰੀ ਆ, ਸਕੂਲ ਸੈਕੰਡਰੀ ਆ। ਫੈਮਿਲੀ ਐਂਡ ਰਿਲੇਟਿਵ ਆਪਣੇ ਕੋਲ ਸੈਕੰਡਰੀ ਆ, ਫੈਮਿਲੀ ਆਪਣੇ ਕੋਲ ਕੀ ਆ, ਪ੍ਰਾਇਮਰੀ ਆ। ਤਾਂ ਆਪਣੇ ਕੋਲ ਜਿਹੜਾ ਪਰਫੈਕਟ ਆਨਸਰ ਆਪਣੇ ਤੋਂ ਪੁੱਛਿਆ ਸੀ ਸੈਕੰਡਰੀ ਏਜੰਟ ਕਿਹੜੇ ਨੇ, ਤਾਂ ਸੈਕੰਡਰੀ ਏਜੰਟ ਕਿਹੜੇ ਹੈਗੇ ਆ, ਸਕੂਲ ਐਂਡ ਨੇਬਰਹੁੱਡ। ਸੋਸ਼ਲਾਈਜੇਸ਼ਨ ਕੀ ਹੁੰਦੀ ਆ, ਸਮਾਜ ਦੇ ਨਿਯਮਾਂ ਨੂੰ ਸਿੱਖਣਾ, ਸਮਾਜੀਕਰਨ। ਠੀਕ ਹੈ, ਸਮਾਜ ਨੂੰ ਅਨੁਕਰਨ ਕਰਨਾ, ਸਮਾਜ ਤੋਂ ਜੋ ਵੀ ਸਮਾਜ ਦੇ ਰੂਲ ਨੇ ਉਹਨਾਂ ਨੂੰ ਸਿੱਖਣਾ। ਤਾਂ ਬੱਚਾ ਸਭ ਤੋਂ ਪਹਿਲਾਂ ਪ੍ਰਾਇਮਰੀ ਸੋਸ਼ਲਾਈਜੇਸ਼ਨ ਦੇ ਅੰਡਰ ਘਰ ਤੋਂ ਜਿਹੜਾ ਹੈ ਸਮਾਜ ਦੇ ਰੂਲ ਸਿੱਖਦਾ। ਫਿਰ ਜਦੋਂ ਥੋੜਾ ਜਿਹਾ ਵੱਡਾ ਹੁੰਦਾ, 2-3 ਸਾਲ ਜਦੋਂ ਬਾਹਰ ਤੁਰਨ ਲੱਗ ਜਾਂਦਾ, ਤਾਂ ਉਸ ਤੋਂ ਬਾਅਦ ਜਿਹੜਾ ਹੈ ਸਮਾਜ ਦੇ ਜਿਹੜੇ ਰੂਲ ਆ ਉਹ ਲਰਨ ਕਰਨ ਲੱਗ ਜਾਂਦਾ। ਉਹ ਕੀ ਹੁੰਦਾ, ਸਮਾਜ ਤੋਂ ਹੀ ਲਰਨ ਕਰਨ ਲੱਗ ਜਾਂਦਾ। ਉਹ ਕੀ ਹੁੰਦੀ ਹੈ, ਸੈਕੰਡਰੀ ਸੋਸ਼ਲਾਈਜੇਸ਼ਨ। 15 ਕੁਐਸਚਨ ਆਪਣੇ ਕੋਲ। ਅਕੋਰਡਿੰਗ ਟੂ ਲੇਵ ਵਾਇਗੋਸਕੀ ਦਾ ਪ੍ਰਾਇਮਰੀ ਕਾਜ਼ ਆਫ ਕੋਗਨਿਟਿਵ ਡਿਵੈਲਪਮੈਂਟ। ਜਦੋਂ ਵੀ ਲੇਵ ਵਾਇਗੋਸਕੀ ਦੀ ਗੱਲ ਆਊਗੀ ਸਾਡੇ ਦਿਮਾਗ ਦੇ ਵਿੱਚ ਇੱਕ ਥਿਊਰੀ ਆਉਂਦੀ ਆ, ਕਿਹੜੀ, ਸੋਸ਼ਲ ਕਲਚਰਲ ਥਿਊਰੀ। ਤੇ ਵਾਇਗੋਸਕੀ ਨੇ ਹਮੇਸ਼ਾ ਹੀ ਕੀ ਕਿਹਾ ਕਿ ਇੱਕ ਬੱਚਾ ਕਿਹੜੇ ਤਰੀਕੇ ਨਾਲ ਆਪਦੀ ਲਰਨਿੰਗ ਕਰਦਾ ਹੈਗਾ, ਹਰ ਇੱਕ ਪੱਖ ਤੋਂ ਵਿਕਾਸ ਕਿਹੜੇ ਤਰੀਕੇ ਨਾਲ ਕਰਦਾ, ਜੇ ਬੌਧਿਕ ਵਿਕਾਸ ਵੀ ਕਰ ਰਿਹਾ ਤਾਂ ਕਿਵੇਂ ਕਰਦਾ ਹੈਗਾ, ਸੋਸ਼ਲ ਇੰਟਰੈਕਸ਼ਨ ਦੇ ਰਾਹੀਂ। ਠੀਕ ਹੈ, ਸਮਾਜਿਕ ਅੰਤਰ ਕਿਰਿਆ। ਬਸ ਲੇ ਵਾਇਗੋਸਕੀ ਦੇ ਵਿੱਚ ਯਾਦ ਹੀ ਕੀ ਰੱਖਣਾ ਹੈਗਾ, ਸਮਾਜਿਕ ਅੰਤਰ ਕਿਰਿਆ। ਇਕੁਲਿਬ੍ਰੇਸ਼ਨ ਵਰਡ ਹੈਗਾ ਜਿਹੜਾ ਇਹ ਪਿਆਜੇ ਦੀ ਥਿਊਰੀ ਦੇ ਨਾਲ ਡੀਲ ਕਰਦਾ। ਐਡਜਸਟਮੈਂਟ ਆਫ ਮੈਂਟਲ ਸਕੀਮਾਸ, ਇਹ ਵੀ ਪਿਆਜੇ ਦੀ ਥਿਊਰੀ ਦੇ ਨਾਲ ਡੀਲ ਕਰਦਾ। ਸਟਿਮੂਲਸ ਐਂਡ ਰਿਸਪੌਂਸ ਪੇਅਰਿੰਗ ਆ ਜਿਹੜੀਆਂ, ਇਹ ਬਿਹੇਵਰਿਸਟਿਕ ਥਿਊਰੀਆਂ ਦੇ ਨਾਲ ਸੰਬੰਧ ਰੱਖਦਾ। ਠੀਕ ਹੈ ਜੀ। ਤਾਂ ਸਾਡੇ ਕੋਲ ਲੇ ਵਾਇਗੋਸਕੀ ਦੇ ਲਈ ਪਰਫੈਕਟ ਆਨਸਰ ਕੀ ਹੈਗਾ, ਸੋਸ਼ਲ ਇੰਟਰੈਕਸ਼ਨ, ਮਤਲਬ ਸਮਾਜਿਕ ਅੰਤਰ ਕਿਰਿਆ। ਕੀ ਹੁੰਦੀ ਹੈ ਸਮਾਜਿਕ ਅੰਤਰ ਕਿਰਿਆ, ਜਦੋਂ ਦੋ ਬੰਦੇ ਆਪਸ ਦੇ ਵਿੱਚ ਗੱਲਬਾਤ ਕਰਦੇ ਆ। ਅਸੀਂ ਆਪਦੇ ਮਾਪਿਓ ਤੋਂ ਸਿੱਖਿਆ, ਅਸੀਂ ਆਪਦੇ ਵੱਡੇ ਭੈਣ ਭਰਾਵਾਂ ਤੋਂ ਸਿੱਖਿਆ, ਤਾਂ ਉਹ ਕੀ ਹੈ ਸਾਡੇ ਚ ਇੱਕ ਤਰੀਕੇ ਨਾਲ ਇੰਟਰੈਕਸ਼ਨ ਹੈ ਨਾ, ਤੇ ਉਸੇ ਰਾਹੀਂ ਹਰ ਇੱਕ ਬੱਚਾ ਲਰਨ ਕਰਦਾ ਅਕੋਰਡਿੰਗ ਟੂ ਲੇਵ ਵਾਇਗੋਸਕੀ। ਦੈਨ ਹੈਗਾ ਆਪਣੇ ਕੋਲ ਨੈਕਸਟ ਕੁਐਸਚਨ, ਇਨ ਦਾ ਕੰਟੈਕਸਟ ਆਫ ਕੋਲਬਰਗਸ stages of moral reasoning, under which stage would the given typical response of child fall। ਜਿਹੜਾ ਕੋਲਬਰਗ ਨੇ ਸਟੇजेस ਦਿੱਤੀਆਂ, ਕੋਲਬਰਗ ਦੀ ਥਿਊਰੀ ਦਾ ਨਾਮ ਹੈਗਾ ਸਾਡੇ ਕੋਲ ਮੋਰਲ ਡਿਵੈਲਪਮੈਂਟ ਥਿਊਰੀ। ਠੀਕ ਹੈ, ਥਿਊਰੀ ਆਫ ਮੋਰਲ ਡਿਵੈਲਪਮੈਂਟ ਕਹਿ ਸਕਦੇ ਆ। ਠੀਕ ਹੈ, ਤਾਂ ਜਿਹੜੀ ਉਹਨੇ ਥਿਊਰੀ ਦਿੱਤੀ ਉਹਦੇ ਵਿੱਚ ਜਿਹੜੀਆਂ ਟੋਟਲ 6 ਸਟੇजेस ਦਿੱਤੀਆਂ ਤੇ 3 ਲੈਵਲ ਦਿੱਤੇ। ਠੀਕ ਹੈ, ਤਾਂ ਜੋ ਤੁਸੀਂ ਉਹ ਸਾਰਿਆਂ ਨੇ ਉਹ ਥਿਊਰੀ ਕੀਤੀ ਹੋਈ ਆ, ਜਿਹੜੇ ਬੱਚੇ ਮੇਰੇ ਨਾਲ ਬੈਚ ਦੇ ਵਿੱਚ ਜੁੜੇ ਹੋਏ ਸੀ, ਆਪਾਂ ਉਹਦੇ ਚ ਪੜ੍ਹੀਆਂ ਕਿ ਕਿਹੜੀ ਚੀਜ਼ ਕਿਵੇਂ ਹੁੰਦੀ ਆ, ਕਿਹੜੀ ਸਟੇਜ ਦੇ ਵਿੱਚ ਅਸੀਂ ਕਿਹੜੇ ਬੱਚੇ ਦੀ ਕਿਹੜਾ ਮੋਰਲ ਲੈਵਲ ਰੱਖਦੇ ਆ। ਠੀਕ ਹੈ, ਤਾਂ ਆਪਣੇ ਕੋਲ ਇੱਥੇ ਇੱਕ ਸਟੇਟਮੈਂਟ ਆ, ਉਹ ਸਟੇਟਮੈਂਟ ਦੇ ਆਧਾਰ ਉੱਪਰ ਆਪਾਂ ਇਹ ਦੱਸਣਾ ਕਿ ਬੱਚਾ ਕਿਹੜੇ ਲੈਵਲ ਦੇ ਵਿੱਚ ਜਾਂ ਕਿਹੜੀ ਸਟੇਜ ਦਾ ਹਿੱਸਾ। ਤਾਂ ਆਪਣੇ ਕੋਲ ਹੈ ਯੂਅਰ ਪੇਰੈਂਟਸ ਵਿਲ ਬੀ ਪ੍ਰਾਊਡ ਆਫ ਯੂ। ਤੁਹਾਡੇ ਪੇਰੈਂਟਸ ਆ ਜਿਹੜੇ ਤੁਹਾਡੇ ਤੇ ਪ੍ਰਾਊਡ ਕਰਨਗੇ ਇਫ ਯੂ ਆਰ ਓਨੈਸਟ। ਬੇਟਾ ਜੇ ਤੁਸੀਂ ਇਮਾਨਦਾਰ ਹੋਗੇ। ਠੀਕ ਹੈ, ਇਸ ਕਰਕੇ ਤੁਹਾਨੂੰ ਕੀ ਹੋਣਾ ਚਾਹੀਦਾ, ਇਮਾਨਦਾਰ ਹੋਣਾ ਚਾਹੀਦਾ। ਇਹ ਸਾਡੇ ਕੋਲ ਕੀ ਆ ਗਿਆ, ਦੇਖੋ ਜਿਹੜੀਆਂ ਸਟੇजेस ਨੇ, ਆਪਾਂ ਪਨਿਸ਼ਮੈਂਟ ਓਬੀਡੈਂਸ ਦੀ ਗੱਲ ਕਰਦੇ ਆ, ਬਹੁਤ ਛੋਟੇ ਬੱਚੇ ਦੇ ਵਿੱਚ ਹੁੰਦਾ, ਉਹਨੂੰ ਕਿਸੇ ਮੋਰਲ ਦੀ ਕੋਈ ਸਮਝ ਨਹੀਂ ਹੁੰਦੀ। ਨਾ ਹੀ ਜੇ ਤੁਸੀਂ ਇੱਥੇ ਕਹਿਤਾ ਕਿ ਤੇਰੇ ਪੇਰੈਂਟਸ ਤੇਰੇ ਤੇ ਪ੍ਰਾਊਡ ਕਰਨਗੇ, ਉਹਨੂੰ ਕੋਈ ਮਤਲਬ ਨਹੀਂ, ਪ੍ਰਾਊਡ ਕਰਨਗੇ ਨਾ ਕਰਨਗੇ, ਓਨੈਸਟ ਹੋਣਾ ਨਹੀਂ ਹੋਣਾ। ਉਹਦੇ ਲਈ ਓਨੈਸਟੀ ਕਿਹਦੇ ਤੇ ਆਧਾਰਿਤ ਹੋਊਗੀ, ਪਨਿਸ਼ਮੈਂਟ। ਸਿਰਫ ਉਹਨੂੰ ਡਰ ਹੋਣਾ ਹੈ ਨਾ, ਇਸ ਕਰਕੇ ਉਹ ਸੱਚ ਬੋਲ ਰਿਹਾ ਕਿਉਂਕਿ ਉਹਨੂੰ ਇਹ ਪਤਾ ਕਿ ਮੇਰੇ ਮੰਮੀ ਡੈਡੀ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਕੁੱਟਣਗੇ। ਠੀਕ ਹੈ, ਇਹ ਹੋ ਸਕਦਾ ਇਸ ਸਿਚੁਏਸ਼ਨ ਦੇ ਵਿੱਚ। ਠੀਕ ਹੈ, ਦੈਨ ਹੈਗੀ ਆਪਣੇ ਕੋਲ, ਜੇ ਆਪਾਂ ਗੱਲ ਕਰਦੇ ਹੈਗੇ ਆ, ਜਿਹੜਾ ਇੱਥੇ ਆਪਣੇ ਕੋਲ ਆਨਸਰ ਹੈਗਾ ਉਹ ਹੈਗਾ ਆਪਣੇ ਕੋਲ ਗੁੱਡ ਗਰਲ ਐਂਡ ਗੁੱਡ ਬॉय। ਠੀਕ ਹੈ, ਅਸੀਂ ਜਦੋਂ ਆਪਾਂ ਨੂੰ ਕੋਈ ਪਰਸਨ ਕਹਿ ਰਿਹਾ ਕਿ ਤੂੰ ਇਸ ਕਰਕੇ ਚੰਗਾ ਕਰ ਕਿਉਂਕਿ ਤੇਰੇ ਪੇਰੈਂਟਸ, ਤੇਰੀ ਸੁਸਾਇਟੀ ਤੇਰੇ ਤੇ ਪ੍ਰਾਊਡ ਕਰੂਗੀ, ਤਾਂ ਅਸੀਂ ਉਹ ਚੰਗਾ ਕਰਦੇ ਆ। ਕਿਉਂ ਕਰਦੇ ਆ, ਕਿਉਂਕਿ ਜਿਹੜੀ ਦੂਜੀ ਸਟੇਜ ਕੋਲਬਰਗ ਨੇ ਕਹੀ ਸੀ, ਸੌਰੀ ਦੂਜਾ ਲੈਵਲ ਦਾ ਜਿਹੜਾ ਲੈਵਲ ਦੀ ਗੱਲ ਕੀਤੀ ਹੈਗੀ ਆ ਕੋਲਬਰਗ ਨੇ, ਤੇ ਉਹਦੇ ਚ ਜੋ ਤੀਜੀ ਸਟੇਜ ਸੀਗੀ, ਤੀਜੀ ਸਟੇਜ ਕੀ ਸੀਗੀ, ਗੁੱਡ ਗਰਲ ਤੇ ਗੁੱਡ ਬॉय, ਕਿ ਅਸੀਂ ਜਿਹੜਾ ਹੈਗਾ ਸਮਾਜ ਦੀ ਕਨਫਰਮਿਟੀ ਦੇ ਲਈ, ਇੱਕ ਚੰਗੀ ਪ੍ਰੇਜ਼ ਦੇ ਲਈ, ਅਸੀਂ ਸਮਾਜ ਤੋਂ ਜਿਹੜਾ ਹੈਗਾ ਚੰਗੀ ਸਵੀਕਾਰਤਾ ਦੇ ਲਈ, ਪ੍ਰਸ਼ੰਸਾ
हासिल करन दे लई कि कोई मैनू चंगा मुंडा कवे, मेरे माँ प्यो नूं ये कवे कि बहुत सियाणी कुड़ी आ, असीं इस करके ऑनेस्टी मंनदे आ, तां यही साडी की हैगी आ गुड गर्ल गुड बॉय स्टेज। ठीक है, ਜਿਹੜੀ ਸਾਡੇ ਕੋਲ ਲॉ ਐਂਡ ਆਰਡਰ ਵਾਲੀ ਸਟੇਜ ਹੈਗੀ ਆ, ਉਹ ਸਾਡੀ ਜਿਵੇਂ ਸੋਸ਼ਲ ਕਨਫਰਮਿਟੀ ਵਾਲੀ ਸਟੇਜ ਆ। ਠੀਕ ਹੈ, ਕੁਝ ਲॉ ਹੁੰਦੇ ਆ, ਅਸੀਂ ਸੁਸਾਇਟੀ ਦੇ ਉਹਨਾਂ ਨੂੰ ਡੀਲ ਕਰਦੇ ਆ। ਤੇ ਜਿਹੜਾ ਸੋਸ਼ਲ ਕੰਟਰੈਕਟ ਓਰੀਐਂਟੇਸ਼ਨ ਆ, ਇਹ ਸਾਡੀ ਹੁੰਦੀ ਆ ਜਿਵੇਂ ਆਪਾਂ ਮੰਨ ਕੇ ਚੱਲੀਏ ਸਾਡੀ ਤੀਜੇ ਲੈਵਲ ਦੇ ਵਿੱਚ ਜਦੋਂ ਕੋਲਬਰਗ ਨੇ ਗੱਲ ਕੀਤੀ ਹੈ ਤਾਂ ਉਹਦੇ ਚ ਉਹਨੇ ਸੋਸ਼ਲ ਐਂਡ ਲੀਗਲ ਮੋਰਲਿਟੀ ਦੀ ਗੱਲ ਕੀਤੀ ਹੈ। ਠੀਕ ਹੈ, ਮਤਲਬ ਕਿ ਡਾਇਰੈਕਟ ਬੱਚਾ ਹੈਗਾ ਜਿਹੜਾ ਸੋਸਾਇਟੀ ਦੇ ਨਿਯਮ ਨਹੀਂ ਮੰਨਦਾ, ਆਪਦੇ ਦਿਮਾਗ ਨਾਲ ਸੋਚਦਾ, ਮੋਰਲ ਰੀਜ਼ਨਿੰਗ ਨਾਲ ਗੱਲ ਕਰਦਾ, ਫਿਰ ਜਿਹੜੇ ਹੈਗੇ ਆ ਨਿਯਮਾਂ ਨੂੰ ਜਾਂ ਜੋ ਸੋਸਾਇਟੀ ਦੇ ਰੂਲ ਆ ਉਹਨਾਂ ਨੂੰ ਮੰਨੂਗਾ। ਬਟ ਜਿਹੜੀ ਆਹ ਵਾਲੀ ਸਟੇਜ ਹੈਗੀ ਆ ਗੁੱਡ ਗਰਲ ਗੁੱਡ ਬॉय ਸਟੇਜ, ਇਹਦੇ ਚ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਸਮਾਜ ਦੀ ਸਵੀਕ੍ਰਿਤੀ ਦੇ ਲਈ ਹੀ, ਚੰਗੇ ਮੁੰਡੇ ਤੇ ਚੰਗੇ ਕੁੜੀ ਦੇ ਟੈਗ ਦੇ ਲਈ ਹੀ ਕਿਸੇ ਜੋ ਮੋਰਲ ਹੈਗੇ ਉਹਨਾਂ ਨੂੰ ਸਵੀਕਾਰ ਕਰੂਗਾ। 17ਵਾਂ ਕੁਐਸਚਨ ਆਪਣੇ ਕੋਲ ਅਕੋਰਡਿੰਗ ਟੂ ਜੀਨ ਪਿਆਜੇ ਵਿਚ ਆਫ ਫੋਲੋਇੰਗ ਇਜ਼ ਨੈਸੈਸਰੀ ਫॉर ਲਰਨਿੰਗ। ਜੀਨ ਪਿਆਜੇ ਦੇ ਅਕੋਰਡਿੰਗ ਜਿਹੜਾ ਕਿਹੜੀ ਚੀਜ਼ ਨੈਸੈਸਰੀ ਆ ਲਰਨਿੰਗ ਕਰਨ ਦੇ ਲਈ। ਠੀਕ ਹੈ, ਤਾਂ ਆਪਣੇ ਕੋਲ ਜਦੋਂ ਵੀ ਜੀਨ ਪਿਆਜੇ ਦੀ ਗੱਲ ਆਉਂਦੀ ਹੈ ਤਾਂ ਜੀਨ ਪਿਆਜੇ ਕੰਸਟਰਕਟਿਵਿਸਟ ਸੀ, ਇਹ ਆਖਦਾ ਸੀਗਾ ਕਿ ਇੱਕ ਬੱਚਾ ਐਕਟਿਵ ਆ ਤੇ ਆਪਣੇ ਗਿਆਨ ਦੀ ਉਸਾਰੀ ਖੁਦ ਕਰੂਗਾ। ਠੀਕ ਹੈ, ਤਾਂ ਆਪਾਂ ਦੇਖਣਾ ਐਕਟਿਵ ਐਕਸਪਲੋਰੇਸ਼ਨ ਆਫ ਦਾ এনवायरमेंट ਬਾਈ ਲਰਨਰ। ਠੀਕ ਹੈ, ਕਿ ਉਹ ਐਕਟਿਵ ਐਕਸਪਲੋਰਰ ਆ, ਖੁਦ ਆਪਣੇ ਗਿਆਨ ਦੀ ਉਸਾਰੀ ਵਾਤਾਵਰਣ ਦੇ ਨਾਲ ਇੰਟਰੈਕਸ਼ਨ ਕਰਕੇ ਸਿੱਖੂਗਾ। ਇਹੀ ਆ ਸਾਡੇ ਕੋਲ ਸਹੀ ਆਨਸਰ ਆ, ਕਿਉਂਕਿ ਪਿਆਜੇ ਨੇ ਇਹੀ ਕਿਹਾ ਸੀ। ਅਗਲੀਆਂ ਜੇ ਦੇਖੀਏ ਆਬਜ਼ਰਵੇਸ਼ਨ ਦਾ ਬਿਹੇਵੀਅਰ ਆਫ ਅਡਲਟ, ਆਬਜ਼ਰਵ ਕਰਦਾ ਅਡਲਟ ਦੇ ਬਿਹੇਵੀਅਰ ਨੂੰ। ਠੀਕ ਹੈ, ਇਹ ਕਿਹਦੇ ਬੇਸ ਹੈਗੀ ਆ, ਜਿਵੇਂ ਆਪਾਂ ਕਹੀਏ ਬੰਡੂਰਾ, ਉਹਨੇ ਆਬਜ਼ਰਵੇਸ਼ਨ ਦੇ ਨਾਲ ਰਿਲੇਟਡ ਗੱਲ ਕਹੀ ਸੀਗੀ। ਠੀਕ ਹੈ, ਬਿਹੇਵੀਅਰ ਇਨ ਅ ਇਮੈਨੈਂਟ ਜਸਟਿਸ, ਇਹ ਮਤਲਬ ਉਹ ਕਿਸੇ ਜਸਟਿਸ ਨੂੰ ਮੰਨੂਗਾ, ਇਹਦੀ ਗੱਲ ਆ ਜਿਹੜੀ ਬਿਲਕੁਲ ਵੀ ਪਿਆਜੇ ਨੇ ਨਹੀਂ ਕੀਤੀ। ਰੀਇਨਫੋਰਸਮੈਂਟ ਬਾਏ ਟੀਚਰ ਐਂਡ ਪੇਰੈਂਟਸ, ਪੇਰੈਂਟਸ ਤੇ ਟੀਚਰ ਰੀਇਨਫੋਰਸਮੈਂਟ ਕਰਨਗੇ ਤਾਂ ਬੱਚਾ ਲਰਨ ਕਰੂਗਾ, ਸਕਿਨਰ ਦੇ ਨਾਲ ਰਿਲੇਟ ਕਰਦੀ ਆ। ਬਟ ਜੀਨ ਪਿਆਜੇ ਨੇ ਕੀ ਕਿਹਾ ਕਿ ਬੱਚਾ ਜਿਹੜਾ ਹੈਗਾ ਐਕਟਿਵ ਲਰਨਰ ਆ ਤੇ ਆਪਣੇ ਗਿਆਨ ਦੀ ਉਸਾਰੀ ਆ ਜਿਹੜਾ ਉਹ ਖੁਦ ਕਰੂਗਾ। ਇਸ ਕਰਕੇ ਜਿਹੜਾ ਹੈ ਆਪਾਂ ਇਹਦੇ ਚ ਕੀ ਡੀਲ ਕਰਾਂਗੇ, ਇਹ ਆਨਸਰ ਆਪਣੇ ਕੋਲ ਇੱਥੇ ਸਹੀ ਆਨਸਰ ਹੋਊਗਾ। ਨੈਕਸਟ ਕੁਐਸਚਨ ਆਪਣੇ ਕੋਲ 18 ਕੁਐਸਚਨ ਇਨ ਅ ਪ੍ਰੋਗਰੈਸਿਵ ਕਲਾਸਰੂਮ setup the teacher facilitate learning by providing an environment that, ਤਾਂ ਇੱਕ ਪ੍ਰੋਗਰੈਸਿਵ ਕਲਾਸਰੂਮ ਦੇ ਵਿੱਚ ਜਦੋਂ ਟੀਚਰ ਫੈਸਿਲਿਟੇਟ ਕਰਦਾ ਹੈਗਾ ਲਰਨਿੰਗ ਨੂੰ ਕਿਵੇਂ ਫੈਸਿਲਿਟੇਟ ਕਰੂਗਾ, ਕਿਸ ਤਰੀਕੇ ਦਾ এনवायरमेंट ਉਹ ਪ੍ਰੋਵਾਈਡ ਕਰੂਗਾ। ਠੀਕ ਹੈ, ਤਾਂ ਆਪਾਂ ਇਹ ਕਹਿ ਸਕਦੇ ਕਿ ਚਾਈਲਡ ਪ੍ਰੋਗਰੈਸਿਵ ਦਾ ਮਤਲਬ ਹੀ ਬੇਟਾ ਚਾਈਲਡ ਸੈਂਟਰ ਹੁੰਦਾ। ਠੀਕ ਹੈ, ਤਾਂ ਚਾਈਲਡ ਸੈਂਟਰ ਕਲਾਸਰੂਮ ਦੇ ਲਈ ਟੀਚਰ ਕੀ ਕਰੂਗਾ, ਆਪਾਂ ਨੂੰ ਇਹ ਪਤਾ ਚਾਈਲਡ ਸੈਂਟਰ ਦਾ ਮਤਲਬ ਹੀ ਕੀ ਹੁੰਦਾ, ਜਿੱਥੇ ਐਕਟਿਵ ਲਰਨਰ ਆ, ਬੱਚਾ ਖੁਦ ਐਕਟੀਵਿਟੀ ਕਰ ਰਿਹਾ, ਬੱਚੇ ਦੇ ਅਕੋਰਡਿੰਗ ਸਾਰਾ ਜੋ ਹੈ ਸਿਸਟਮ ਤਿਆਰ ਕੀਤਾ ਗਿਆ। ਠੀਕ ਹੈ, ਕਹਿੰਦੇ ਪ੍ਰਮੋਟ ਕਰੂਗਾ ਡਿਸਕਵਰੀ, ਰਿਸਟ੍ਰਿਕਟਿਵ ਹੋਊਗਾ, ਗਲਤ ਆ ਕਿਉਂਕਿ ਅਸੀਂ ਨੈਗੇਟਿਵ ਸਟੇਟਮੈਂਟ ਨਹੀਂ ਲੈਣੀ ਆ। ਡਿਸਕਰੇਜ ਇਨਕਲੂਜਨ ਸਮਾਵੇਸ਼ੀ ਤਾਂ ਚੰਗੀ ਗੱਲ ਆ ਕਿ ਸਭ ਬੱਚਿਆਂ ਨੂੰ ਇੱਕ ਜਗ੍ਹਾ ਤੇ ਇੱਕ ਪ੍ਰੋਪਰ ਜਿਹੜਾ ਹੈਗਾ ਸਭ ਬੱਚਿਆਂ ਨੂੰ ਉਹਨਾਂ ਦੀ ਨੀਡ ਦੇ ਅਕੋਰਡਿੰਗ ਇਕੱਠੇ ਕਰਕੇ ਪੜਾਇਆ ਜਾਵੇ, ਤਾਂ ਉਹਨੂੰ ਡਿਸਕਰੇਜ ਨਹੀਂ ਕਰਾਂਗੇ, ਗਲਤ ਸਟੇਟਮੈਂਟ ਆ। ਇਨਕਰੇਜ ਰੈਪੀਟੇਸ਼ਨ, ਸਿਰਫ ਰਿਪੀਟ ਹੀ ਕਰੀ ਜਾਵਾਂਗੇ, ਇਹ ਵੀ ਗਲਤ ਸਟੇਟਮੈਂਟ ਆ। ਐਕਟਿਵ ਮਤਲਬ ਬੱਚਾ ਕਿੱਥੇ ਆ, ਜਿੱਥੇ ਤੁਸੀਂ ਡਿਸਕਵਰੀ ਨੂੰ ਪ੍ਰਮੋਟ ਕਰੋਗੇ, ਪ੍ਰੋਬਲਮ ਸੋਲਵਿੰਗ ਦਓਗੇ, ਬੱਚੇ ਨੂੰ ਡਿਸਕਵਰ ਕਰਨ ਦਾ ਮੌਕਾ ਦਓਗੇ, ਉਹੀ ਸਾਡਾ ਕਲਾਸਰੂਮ ਆ ਜਿਹੜਾ ਇੱਕ ਪ੍ਰੋਪਰ ਕਲਾਸਰੂਮ ਮੰਨਿਆ ਜਾਊਗਾ। ਜੈਂਡਰ, ਤਾਂ ਜੈਂਡਰ ਆਪਣੇ ਕੋਲ ਕੀ ਹੈ ਇੱਥੇ ਆਪਾਂ ਇਹ ਦੱਸਣਾ ਸੀ। ਠੀਕ ਹੈ, ਜੈਂਡਰ ਆਪਣੇ ਕੋਲ ਹੁੰਦਾ ਸੋਸ਼ਲ ਕੰਸਟਰਕਟ, ਆਪਣੇ ਕੋਲ ਦੋ ਟਰਮ ਨੇ, ਇੱਕ ਹੁੰਦਾ ਸੈਕਸ, ਇੱਕ ਹੁੰਦੀ ਆ ਜੈਂਡਰ। ਠੀਕ ਹੈ, ਸੈਕਸ ਕੀ ਹੁੰਦਾ ਬਾਇਓਲੋਜੀਕਲ ਇੱਕ ਲੜਕੀ ਆ ਜਿਹੜੀ ਉਹ ਅਲੱਗ ਫਿਜ਼ੀਕਲ ਸਟਰਕਚਰ ਹੈ, ਇੱਕ ਮੇਲ ਆ ਜਿਹੜਾ ਅਲੱਗ ਫਿਜ਼ੀਕਲ ਸਟਰਕਚਰ ਆ, ਉਹ ਕੀ ਸੈਕਸ। ਜੈਂਡਰ ਕੀ ਹੁੰਦਾ ਸੋਸ਼ਲ ਸਟਰਕਚਰ, ਸੋਸ਼ਲ ਮਤਲਬ ਕੀ ਹੈ ਇੱਕ ਮੇਲ ਤੋਂ ਕੀ ਐਕਸਪੈਕਟੇਸ਼ਨ ਹੈ ਸੋਸਾਇਟੀ ਦੀਆਂ ਤੇ ਇੱਕ ਫੀਮੇਲ ਤੋਂ ਕੀ ਐਕਸਪੈਕਟੇਸ਼ਨ ਹੈ ਸੋਸਾਇਟੀ ਦੀਆਂ, ਤਾਂ ਜਿਹੜੀ ਸੋਸ਼ਲ ਕੰਸਟਰਕਸ਼ਨ ਹੈ ਇੱਕ ਬੱਚੇ ਦੀ ਉਹ ਕੀ ਹੁੰਦਾ ਜੈਂਡਰ। ਕਰੰਟ ਐਜੂਕੇਸ਼ਨ ਮਿਨਿਸਟਰੀ ਮੈਂ ਕਾਫੀ ਵਾਰ ਰਿਪੀਟ ਕਰ ਚੁੱਕੀ ਆ, ਜਿਹੜਾ ਆਪਣੇ ਕੋਲ ਲਾਸਟ 2-3 ਕਲਾਸਿਸ ਦੇ ਵਿੱਚ ਅਸੀਂ ਜਦੋਂ ਤੱਕ ਐਨਟੀਟੀ ਦਾ ਸਿਲੇਬਸ ਕਰ ਰਹੇ ਸੀ ਉਦੋਂ ਤੱਕ ਸਾਡੇ ਕੋਲ ਰਮੇਸ਼ ਪੋਖਰਿਆਲ ਹੀ ਸੀਗੇ। ਠੀਕ ਹੈ, ਹੁਣ ਜਿਹੜਾ ਹੈ ਲੇਟੈਸਟ ਜੋ ਪੋਰਟਫੋਲੀਓ ਦੇ ਵਿੱਚ ਚੇਂਜਸ ਹੋਈਆਂ ਯੂਨੀਅਨ ਪੋਰਟਫੋਲੀਓ ਦੇ ਵਿੱਚ, ਤਾਂ ਸਾਡੇ ਕੋਲ ਜਿਹੜੇ ਨਵੇਂ ਸਿੱਖਿਆ ਮੰਤਰੀ ਨੇ ਯੂਨੀਅਨ ਮਤਲਬ ਕੇਂਦਰ ਸਰਕਾਰ ਦੇ ਵਿੱਚ, ਉਹ ਕੌਣ ਨੇ ਜੀ, ਧਰਮੇਂਦਰ ਪ੍ਰਧਾਨ। ਠੀਕ ਹੈ, ਤਾਂ ਧਰਮੇਂਦਰ ਪ੍ਰਧਾਨ ਨੇ ਜਿਹੜੇ ਉਹ ਜੁਲਾਈ ਦੇ ਵਿੱਚ ਹੀ ਅਪਾਇੰਟ ਕੀਤੇ ਗਏ ਹੈਗੇ ਸਾਡੇ ਨਵੇਂ ਸਿੱਖਿਆ ਮੰਤਰੀ। ਤੈਨੂੰ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇੱਕ ਨਵੀਂ ਚੇਂਜ ਆ, ਤਾਂ ਇਹਨੂੰ ਧਿਆਨ ਦੇ ਵਿੱਚ ਰੱਖਿਓ। ਠੀਕ ਹੈ ਜੀ, ਨੈਕਸਟ ਕਲਾਸ ਦੇ ਵਿੱਚ ਜਿਵੇਂ ਵੀ ਤੁਹਾਡੀ ਸੀਰੀਜ਼ ਜਿਸ ਤਰੀਕੇ ਨਾਲ ਵੀ ਚੱਲਣਗੀਆਂ, ਜਿਸ ਟਾਈਮ ਤੇ ਵੀ ਚੱਲਣਗੀਆਂ ਨਾ, ਜੋ ਨਵਾਂ ਸ਼ਡਿਊਲ ਬਣੂਗਾ ਉਹਦੇ ਅਕੋਰਡਿੰਗ ਜਿਹੜਾ ਹੈਗਾ ਨੈਕਸਟ ਕਲਾਸ ਦੇ ਵਿੱਚ ਮਿਲਦੇ ਆ। ਥੈਂਕ ਯੂ ਸੋ ਮਚ।